ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਹਾਥ ਜੋੜ ਕਰ ਬਿਨਤੀ ਠਾਨੀ, ਲੇਹੁ ਉਪਾਇਨ ਬੜਵਾ ਆਨੀ। ਇਸ ਪਰ ਆਪ ਅਰੂಢਨ ਹੋਵਹੁ, ਫਿਰਹੁ ਅਖੇਰ ਚਲਹੁ ਮਗ ਜੂਬਹੁ। ਹਾਥ ਜੋੜ ਕਰ ਬਿਨਤੀ ਠਾਨੀ, ਲੇਹੁ ਉਪਾਇਨ ਬੜਵਾ ਆਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ
ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਬਾਬਾ ਰਾਮ ਕੁੰਵਰ ਜੀ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੂੰ ਜਦੋਂ ਉਹਨਾਂ ਦੇ ਨਿਕਟਵਰਤੀ ਸਿੰਘ ਉਹਨਾਂ ਨੇ ਬਚਨ ਕਰਨਾ ਕੀਤਾ, ਕਿਹਾ ਕਿ ਬਾਬਾ ਰਾਮ ਕੁੰਵਰ ਜੀ ਦੇ ਬਾਬਤ ਕੁਛ ਆਪ ਜੀ ਦੱਸਣਾ ਕਰੋ, ਕੁਛ ਕੋ ਸਾਖੀਆਂ ਉਹਨਾਂ ਦੀਆਂ ਸਾਨੂੰ ਦੱਸਣਾ ਕਰੋ, ਕਿਹੋ ਜਿਹੇ ਉਹ ਮਹਾਂਪੁਰਖ ਹਨ, ਕਿਸ ਤਰ੍ਹਾਂ ਉਹਨਾਂ ਨੇ ਕਮਾਈ ਕਰਨੀ ਕੀਤੀ ਹੈ। ਤਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਬਾਬਾ ਰਾਮ ਕੁੰਵਰ ਜੀ ਦੀਆਂ ਕੁਝ ਸਾਖੀਆਂ ਇੱਥੇ ਦਰਜ ਕਰਨਾ ਕੀਤਾ ਤੇ ਇਸ ਤਹਿਤ ਉਹਨਾਂ ਨੇ ਬਚਨ ਕਰਨਾ ਕੀਤਾ ਕਿ ਇੱਕ ਵਾਰੀ ਰਮਦਾਸ ਨਗਰ ਦੇ ਵਿੱਚ ਚੋਰਾਂ ਦਾ ਲੁਟੇਰਿਆਂ ਦਾ ਟੋਲਾ ਜਿਹੜਾ ਉਹਨਾਂ ਨੇ ਆ ਕਰਕੇ ਸਾਰੇ ਨਗਰ ਨੂੰ ਲੁੱਟਣਾ ਕੀਤਾ। ਗੁਰੂ ਘਰ ਨੂੰ ਵੀ ਉਹ ਜਦੋਂ ਲੁੱਟ ਕੇ ਲੈ ਕੇ ਚੱਲ ਗਏ, ਸਿੰਘਾਂ ਨੇ ਬਾਬਾ ਰਾਮ ਕੁੰਵਰ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆ ਲੁਟੇਰਿਆਂ ਦਾ ਧਾੜਵੀਆਂ ਨੇ ਧਾਵਾ ਬੋਲ ਦਿੱਤਾ ਹੈ ਤੇ ਸਾਰਾ ਸਮਾਨ ਇਹ ਲੁੱਟ ਕੇ ਲੈ ਕੇ ਜਾ ਰਹੇ ਹਨ। ਤਾਂ ਬਾਬਾ ਜੀ ਨੇ ਸੁਣ ਕੇ ਅਨਸੁਣਾ ਬਚਨ ਕਰ ਦਿੱਤਾ, ਕੋਈ ਜਵਾਬ ਨਹੀਂ ਦਿੱਤਾ। ਉਸ ਤਰ੍ਹਾਂ ਹੀ ਮੌਜਾਂ ਦੇ ਨਾਲ ਬੈਠੇ ਰਹੇ। ਫਿਰ ਬਾਅਦ ਦੇ ਵਿੱਚ ਲਾਹੌਰ ਦਾ ਹਾਕਮ ਜਿਹੜਾ ਹੈ ਉਹਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਮੇਰੀ ਫੌਜਾਂ ਦੇ ਵਿੱਚੋਂ ਕੁਝ ਬੰਦਿਆਂ ਨੇ ਰਮਦਾਸ ਨਗਰ ਨੂੰ ਲੁੱਟਣਾ ਕੀਤਾ ਤੇ ਬਾਬਾ ਜੀ ਦਾ ਡੇਰਾ ਵੀ ਉਹ ਲੁੱਟ ਕੇ ਲੈ ਕੇ ਆਏ ਹਨ। ਉਹ ਬੜਾ ਸ਼ਰਧਾਲੂ ਸੀ ਗੁਰੂ ਘਰ ਦਾ ਬਾਬਾ ਜੀ ਦਾ। ਉਹਨੂੰ ਪਤਾ ਸੀ ਕਿ ਬਾਬਾ ਜੀ ਬਹੁਤ ਵਲੀ ਅਹਿਦ ਹਨ, ਭਾਵ ਕਿ ਬਹੁਤ ਇਹ ਕਰਾਮਾਤੀ ਹਨ ਤੇ ਇਹਨਾਂ ਦੇ ਕੋਲ ਜ਼ਾਰੀ ਕਲਾ ਹੈ। ਇਹ ਬਾਬਾ ਜੀ ਨੂੰ ਆਪਣਾ ਪੀਰ ਮੰਨਦਾ ਸੀ। ਇਸ ਕਰਕੇ ਉਹ ਤੁਰੰਤ ਆਇਆ ਕਿ ਮਤਾ ਕਿਤੇ ਜੇ ਬਾਬਿਆਂ ਨੇ ਕੋਈ ਬਚਨ ਕਰ ਦਿੱਤਾ, ਸ਼ਰਾਬ ਦੇ ਦਿੱਤਾ ਤੇ ਮੇਰਾ ਨਗਰ ਜਿਹੜਾ ਹੈ ਇਹ ਗਰਕ ਹੋ ਜਾਵੇਗਾ, ਮੈਂ ਤਬਾਹ ਹੋ ਜਾਵਾਂਗਾ, ਕਿਉਂਕਿ ਕੰਮ ਤਾਂ ਮੈਨੇ ਇਹ ਨਹੀਂ ਕਰਨਾ ਕੀਤਾ, ਮੇਰੇ ਬੰਦਿਆਂ ਨੇ ਕੀਤਾ, ਲੇਕਿਨ ਭੁਗਤਣਾ ਤਾਂ ਮੈਨੂੰ ਵੀ ਪਵੇਗਾ ਇਹਨਾਂ ਦੇ ਨਾਲ। ਆਪਣੀ ਭੁੱਲ ਬਖਸ਼ਾਉਣ ਦੇ ਵਾਸਤੇ ਲਾਹੌਰ ਦਾ ਜਿਹੜਾ ਖਾਨ ਉਹ ਆਪ ਚੱਲ ਕਰਕੇ ਆਇਆ, ਬਾਬਾ ਜੀ ਨੂੰ ਬੇਨਤੀ ਕਰਨੀ ਕੀਤੀ ਕਿ ਬਾਬਾ ਜੀ ਬਹੁਤ ਵੱਡੀ ਗਲਤੀ ਹੋਈ ਹੈ, ਮੇਰੇ ਬੰਦਿਆਂ ਨੂੰ ਕੋਈ ਪਤਾ ਨਹੀਂ ਸੀ, ਅਣਜਾਣਪੁਣੇ ਦੇ ਵਿੱਚ ਇਹਨਾਂ ਨੇ ਆਪ ਜੀ ਦਾ ਨਗਰ ਆਪ ਜੀ ਦਾ ਡੇਰਾ ਲੁੱਟਣਾ ਕੀਤਾ। ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਤੁਹਾਡੇ ਡੇਰੇ ਦਾ ਕੀ ਕੀ ਸਮਾਨ ਲੁੱਟਿਆ ਗਿਆ, ਮੈਂ ਉਹ ਉਹਨਾਂ ਤੋਂ ਮੰਗਵਾ ਕਰਕੇ ਸਾਰੀ ਸਮੱਗਰੀ ਜੋ ਜੋ ਵਸਤੂਆਂ ਸਨ ਉਹ ਵਾਪਸ ਤੁਹਾਡੇ ਤੱਕ ਪਹੁੰਚਾ ਦੇਣਾ ਹੈ। ਜਦੋਂ ਉਹਨੇ ਬਾਰ-ਬਾਰ ਬੇਨਤੀ ਕੀਤੀ, ਬਾਬਿਆਂ ਨੇ ਵੇਖਿਆ ਤੇ ਬਾਜਾਂ ਦਾ ਜਿਹੜਾ ਅੱਡਾ ਹੈ ਤੇ ਨਾਲ ਡੋਰਾਂ ਨਜ਼ਰ ਨਹੀਂ ਆ ਰਹੀਆਂ। ਉਹਨਾਂ ਨੇ ਕਿਹਾ ਲੱਗਦਾ ਭਾਈ ਤੇਰੇ ਬੰਦਿਆਂ ਨੇ ਬਾਜਾਂ ਦਾ ਅੱਡਾ ਤੇ ਡੋਰਾਂ ਜਿਹੜੀਆਂ ਹਨ ਰੇਸ਼ਮ ਦੀਆਂ ਉਹ ਚੁਰਾ ਕੇ ਲੈ ਕੇ ਗਏ, ਉਹ ਲਿਆ ਕਰਕੇ ਸਾਨੂੰ ਦੇਣਾ ਕਰ। ਤੇ ਵੇਖ ਕਰਕੇ ਉਹ ਵੀ ਬਾਬਾ ਜੀ ਦੀ ਜੋ ਨਿਰਲੇਪਤਾ ਵੇਖ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੋਇਆ, ਸ਼ਰਧਾ ਔਰ ਜ਼ਿਆਦੀ ਵੱਧ ਗਈ ਹੈ। ਬਾਬਾ ਜੀ ਨੂੰ ਬੇਨਤੀ ਕਰਦਾ ਕਿ ਚਲੋ ਬਾਬਾ ਜੀ ਮੇਰੇ ਨਗਰ ਚੱਲਣਾ ਕਰੋ, ਲਾਹੌਰ ਆਪ ਜੀ ਨੂੰ ਲੈ ਕੇ ਚਲੀਏ। ਬਹੁਤ ਬੇਨਤੀਆਂ ਕਰਕੇ ਜਦੋਂ ਇਹਨੇ ਤਿਆਰਾ ਕਰਨਾ ਕੀਤਾ ਤੇ ਜਦੋਂ ਫਿਰ ਬਾਬਾ ਜੀ ਵੀ ਤਿਆਰ ਹੋ ਗਏ ਤੇ ਕੀ ਤੱਕਦਾ ਕਿ ਬਾਬਾ ਰਾਮ ਕੁੰਵਰ ਜੀ ਉਹਨਾਂ ਦਾ ਘੋੜਾ ਜਦੋਂ ਤਿਆਰ ਹੋ ਕਰਕੇ ਆਇਆ, ਵੀ ਤਗੜੇ ਸਨ, ਰਿਸ਼ਟ ਪੁਸ਼ਟ ਸਨ, ਐਨ ਆਰਾਮ ਦੇ ਨਾਲ ਚਲੀ ਜਾ ਰਹੇ। ਵੇਖ ਕਰਕੇ ਇਹ ਬੜਾ ਦੰਗ ਹੋਇਆ, ਨਾਲ ਦੇ ਸੇਵਾਦਾਰਾਂ ਨੂੰ ਪੁੱਛਦਾ ਕਿ ਭਾਈ ਇਹ ਕੀ ਗੱਲ ਹੈ, ਬਾਬਾ ਜੀ ਨੂੰ ਬੇਨਤੀ ਕਰੋ ਕਿਉਂਕਿ ਲਾਹੌਰ ਲਾਗੇ ਨਹੀਂ ਹੈ, ਬਹੁਤ ਦੂਰ ਹੈ। ਦੋਵੇਂ ਪਾਸੇ ਪੈਰ ਪਾ ਕਰਕੇ ਬੈਠਣਾ ਕਰੋ ਕਿਉਂਕਿ ਜੇ ਗਿਰ ਗਏ ਹੱਡੀਆਂ ਟੁੱਟ ਜਾਣਗੀਆਂ, ਬਹੁਤ ਦਿੱਕਤ ਆ ਜਾਵੇਗੀ, ਸਾਰਾ ਦੋਸ਼ ਮੇਰੇ ਉੱਤੇ ਲੱਗ ਜਾਵੇਗਾ, ਕਿ ਤੁਸੀਂ ਫਿਰ ਬੇਨਤੀ ਕਰਨਾ ਕਰੋ। ਤੇ ਸੇਵਕਾਂ ਨੇ ਕਿਹਾ ਨਹੀਂ ਭਾਈ, ਬਾਬਾ ਜੀ ਇਸ ਤਰ੍ਹਾਂ ਹੀ ਵਿਚਰਦੇ ਹਨ, ਇੱਕ ਦਿਨ ਦੀ ਗੱਲ ਥੋੜ੍ਹੀ ਹੈ, ਨਿੱਤ ਇਸ ਤਰ੍ਹਾਂ ਹੀ ਉਹਨਾਂ ਨੇ ਵਿਚਰਨਾ ਹੈ। ਉਹਨੂੰ ਲੱਗਿਆ ਤੁਰਕ ਨੂੰ ਜਿਹੜਾ ਹਾਕਮ ਆਇਆ ਸੀ ਕਿ ਭਾਈ ਇਹਨਾਂ ਦਾ ਘੋੜਾ ਹੈ, ਇਹਨੂੰ ਟ੍ਰੇਨ ਕੀਤਾ ਹੋਵੇਗਾ, ਸਿਖਲਾਈ ਦਿੱਤੀ ਹੋਵੇਗੀ, ਤਾਂ ਕਰਕੇ ਇਹ ਇਸ ਤਰ੍ਹਾਂ ਕੰਮ ਕਰ ਰਿਹਾ, ਰਕਾਬ ਲਗਾਮ ਪਾਉਣ ਦੀ ਲੋੜ ਨਹੀਂ ਹੈ, ਇੱਕ ਪਾਸੇ ਹੋ ਕਰਕੇ ਇਹ ਬਹਿ ਜਾਂਦੇ ਹਨ।
ਤੇ ਜੇ ਮੈਂ ਪਰਖ ਕਰਨ ਵਾਸਤੇ ਉਹਦੇ ਮਨ ਵਿੱਚ ਆਇਆ, ਜਦੋਂ ਬਾਬਾ ਜੀ ਲਾਹੌਰ ਗਏ, ਉਹਦੇ ਕੋਲ ਇੱਕ ਅੜਬੰਗ ਜੀ ਘੋੜੀ ਸੀ ਜੋ ਬਿਲਕੁਲ ਨਹੀਂ ਮੰਨਦੀ ਸੀ, ਕੋਈ ਉਹਦੇ ਉੱਤੇ ਸਵਾਰੀ ਨਹੀਂ ਕਰਿਆ ਕਰਦਾ। ਇਹਦੇ ਮਨ ਵਿੱਚ ਆਇਆ ਕਿ ਆਹ ਘੋੜੀ ਜਿਹੜੀ ਹੈ ਮੈਂ ਬਾਬਾ ਜੀ ਨੂੰ ਭੇਟ ਕਰ ਦੇਣਾ, ਤੇ ਜੇ ਬਾਬਾ ਜੀ ਵੀ ਇਹਨੂੰ ਚਲੋ ਇੱਕ ਪਾਸੇ ਨਹੀਂ 2 ਪਾਸੇ ਵੀ ਪੈਰ ਪਾ ਕਰਕੇ ਬੈਠ ਜਾਣ, ਜਾਂ ਮੂੰਹ ਦੇ ਵਿੱਚ ਲਗਾਮ ਪਾ ਕਰਕੇ ਵੀ ਇਹਨੂੰ ਸਾਂਭ ਲੈਣ, ਤਾਂ ਮੈਂ ਮੰਨਾਂਗਾ ਕਿ ਭਾਈ ਇਹ ਕਾਮਲ ਫਕੀਰ ਹਨ, ਇਹਨਾਂ ਦੇ ਅੰਦਰ ਬਹੁਤ ਜ਼ਿਆਦੀਆਂ ਕਰਾਮਾਤਾਂ ਹਨ। ਇਹ ਮਨ ਦੇ ਵਿੱਚ ਇੱਕ ਸੰਕਲਪ ਲੈ ਕਰਕੇ ਪਰਖ ਕਰਨ ਵਾਸਤੇ ਕਵੀ ਰਾਜ ਜੀ ਨੇ ਦੱਸਿਆ ਕਿ ਘੋੜੀ ਵੀ ਬਹੁਤ ਜ਼ਿਆਦੀ ਅੜਬੰਗ ਸੀ, ਕਿ ਇਹਨੂੰ ਵੀ ਆਪਣੇ ਉੱਤੇ ਚੜ੍ਹਨ ਨਹੀਂ ਦਿੰਦੀ, ਜਿਹੜਾ ਵੀ ਚੜ੍ਹਦਾ ਉਸੇ ਵੇਲੇ ਗਿਰਾ ਦਿੰਦੀ, ਕਦੇ ਟੇਢਾ ਭੱਜਣਾ, ਕਦੇ ਭੱਜ ਕਰਕੇ ਇੱਕਦਮ ਨੀਵੀਂ ਪਾ ਦੇਣੀ ਹੈ, ਕਦੇ ਸੀੜੀ ਲੈ ਕਰਕੇ ਤਾਂ ਨੂੰ ਧੱਕ ਦਿੰਦੀ ਹੈ ਸਵਾਰ ਨੂੰ, ਕਦੇ ਕੋਈ ਬੈਠਿਆ ਹੋਇਆ ਇੱਕਦਮ ਭੱਜ ਕਰਕੇ ਟੇਢਾ ਹੋ ਕਰਕੇ ਉਹਨੂੰ ਧਰਤੀ ਤੇ ਗਿਰਾ ਦੇਣਾ। ਇਹੋ ਜੀ ਅੜਬੰਗ ਜੀ ਘੋੜੀ ਜਿਹੜੀ ਹੈ ਇਹਨੇ ਹੁਣ ਬਾਬਾ ਜੀ ਨੂੰ ਭੇਟ ਕਰਨਾ। ਆਓ ਪਿਆਰਿਓ, ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਹੱਥ ਜੋੜ ਕਰ ਬਿਨਤੀ ਠਾਨੀ। ਇਸ ਤਰ੍ਹਾਂ ਪਿਆਰਿਓ, ਲਾਹੌਰ ਦਾ ਜਿਹੜਾ ਸੂਬੇਦਾਰ ਹੈ ਉਹਨੇ ਉਹ ਅੜਬੰਗ ਜੀ ਘੋੜੀ ਜਿਹੜੀ ਹੈ ਜੋ ਕਿਹਦੇ ਆਖੇ ਨਹੀਂ ਲੱਗਦੀ ਹੈ, ਆਪਣੇ ਮਾਲਕਾਂ ਦੇ ਵੀ ਜਿਹੜੇ ਆਖੇ ਨਹੀਂ ਲੱਗਦੀ, ਜਿਹਨੂੰ ਸਾਂਭਣ ਵਾਸਤੇ 2-3 ਬੰਦੇ ਚਾਹੀਦੇ ਹਨ, ਉਹ ਅੜਬੰਗ ਜੀ ਜਿਹੜੀ ਹੈ ਅੜੀਅਲ ਜੀ ਘੋੜੀ ਜਿਹੜੀ ਹੈ ਲਿਆ ਕਰਕੇ ਉਹਨੇ ਬਾਬਾ ਰਾਮ ਕੁੰਵਰ ਜੀ ਨੂੰ ਅਰਪਣ ਕਰ ਦਿੱਤਾ ਤੇ ਹੱਥ ਜੋੜ ਕੇ ਬਚਨ ਕੀਤਾ। ਲੇਹੁ ਉਪਾਇਨ ਬੜਵਾ ਆਨੀ। ਕਹਿੰਦਾ ਕਿ ਬਾਬਾ ਜੀ ਆ ਮੈਂ ਆਪ ਜੀ ਦੇ ਵਾਸਤੇ ਬੜਵਾ ਘੋੜੀ ਲਿਆਉਂਦੀ ਹੈ ਤੇ ਆਪ ਜੀ ਇਹਨੂੰ ਅੰਗੀਕਾਰ, ਇਹਨੂੰ ਸਵੀਕਾਰ ਕਰਨਾ ਕਰੋ। ਇਸ ਪਰ ਆਪ ਅਰੂੜਨ ਹੋਵਹੁ। ਮੇਰੀ ਸ਼ਰਧਾ ਹੈ ਬਾਬਾ ਜੀ, ਆ ਘੋੜੀ ਜਿਹੜੀ ਹੈ ਇਹਦੇ ਉੱਤੇ ਆਪ ਜੀ ਸਵਾਰੀ ਕਰਨਾ ਕਰੋ। ਫਿਰ ਹੋ ਅਖੇਰ ਚਲਹੁ ਮਗ ਜੋਬਹੁ। ਇਹਦੇ ਉੱਤੇ ਚੜ ਕਰਕੇ ਆਪ ਜੀ ਫਿਰਨਾ ਕਰੋ, ਅਖੇਰ ਸ਼ਿਕਾਰ ਆਦਿਕ ਖੇਡਣਾ ਕਰੋ। ਐਸੀ ਰੀਤ ਭਾਵਨਾ ਮੇਰੀ। ਮੇਰੀ ਮਨ ਦੀ ਇਹ ਭਾਵਨਾ ਹੈ, ਇਹ ਮੇਰੀ ਸ਼ਰਧਾ ਹੈ ਕਿ ਭਾਈ ਆ ਘੋੜੀ ਜਿਹੜੀ ਹੈ ਇਹਨੂੰ ਲੈ ਕਰਕੇ ਤਬੇਲੇ ਦੇ ਵਿੱਚ ਨਾ ਰੱਖ ਦਿਓ। ਬਹੁਤ ਮਹਾਬਲੀ ਹੈ, ਚੰਗੀ ਨਸਲ ਦੀ ਆ ਘੋੜੀ, ਇਹਦੇ ਉੱਤੇ ਆਪ ਜੀ ਸਵਾਰੀ ਕਰਨਾ ਕਰੋ। ਇਸ ਥਲ ਤੇ ਚੜ ਕਰ ਲਵਪੁਰ ਕੀ ਸੈਲ। ਉਹਦੇ ਮਨ ਵਿੱਚ ਆਇਆ ਕਿ ਇਹ ਨਾ ਹੋ ਜਾਵੇ ਕਿ ਬਾਬਾ ਜੀ ਕਹਿ ਦੇਣਗੇ ਕੋਈ ਗੱਲ ਨਹੀਂ ਹੈ ਭਾਈ ਤੂੰ ਨੇ ਦੇ ਦਿੱਤੀ, ਇਹਨੂੰ ਲੈ ਕਰਕੇ ਅਸੀਂ ਰਮਦਾਸ ਦੇ ਵਿੱਚ ਆਪਣੇ ਨਗਰ ਦੇ ਵਿੱਚ ਜਾ ਕਰਕੇ ਇਹਦੇ ਉੱਤੇ ਚੜਨਾ ਹੈ। ਉਹਨੂੰ ਲੱਗ ਰਿਹਾ ਸੀ ਕਿ ਹੋ ਸਕਦਾ ਉਹ ਇਲਾਕੇ ਦੇ ਵਿੱਚ ਕੋਈ ਕਰਾਮਾਤ ਹੋਵੇਗੀ ਜਿੱਥੇ ਬਾਬਾ ਜੀ ਘੋੜੇ ਦੇ ਉੱਤੇ ਇੱਕ ਪਾਸੇ ਹੋ ਕਰਕੇ ਬਹਿ ਜਾਂਦੇ ਹਨ। ਇਲਾਕਾ ਹੈ, ਕਹਿੰਦਾ ਬਾਬਾ ਜੀ ਇੱਕ ਵਾਰੀ ਤੁਸੀਂ ਇੱਥੇ ਬੈਠ ਕਰਕੇ ਲਾਹੌਰ ਦਾ ਗੇੜਾ ਕੱਢਣਾ ਕਰੋ ਇਹਦੇ ਉੱਤੇ। ਕਾਹਨੂੰ ਲੈ ਕਰਕੇ ਵਾਪਸ ਜਦੋਂ ਜਾਣਾ ਨਾ ਰਮਦਾਸ ਉਸ ਵੇਲੇ ਚੱਲ ਜਾਇਓ। ਮਾਰਗ ਚਲੇ ਜਾਹੁ ਦਿਨ ਸਾਰੇ। ਸਾਰਾ ਦਿਨ ਆਪ ਜੀ ਰਾਸਤੇ ਦੇ ਉੱਤੇ ਚਲੀ ਜਾਣਾ। ਉਤਰੋ ਸੰਧਿਆ ਸਦਨ ਮਝਾਰੇ। ਫਿਰ ਸ਼ਾਮਾਂ ਨੂੰ ਆਪਣੇ ਘਰ ਤੱਕ ਆਪ ਜੀ ਨੇ ਪਹੁੰਚ ਜਾਣਾ ਹੈ। ਫਿਰ ਉੱਥੇ ਜਾ ਕਰਕੇ ਆਪਣਾ ਉਤਾਰਾ ਕਰਨਾ ਕਰੋ। ਇਮ ਕਹਿ ਅਰਪ ਉਪਾਇਨ ਦੀ। ਇਸ ਤਰ੍ਹਾਂ ਉਸ ਖਾਨ ਨੇ ਉਹ ਜੋ ਭੇਟਾ ਜਿਹੜੀ ਹੈ ਘੋੜੀ ਦੀ ਉਹ ਬਾਬਾ ਰਾਮ ਕੁੰਵਰ ਜੀ ਨੂੰ ਅਰਪਣ ਕਰਨੀ ਕੀਤੀ। ਕੀਤਿਕ ਦਰਬ ਅਰ ਬਸਤਰ ਨਵੀ। ਨਾਲ ਬਹੁਤ ਸਾਰੀ ਮਾਇਆ ਦਰਸ਼ਨੀ ਭੇਟਾ ਵੀ ਤੇ ਬਹੁਤ ਬੇਸ਼ਕੀਮਤੀ ਬਸਤਰ ਵੀ ਬਾਬਾ ਜੀ ਨੂੰ ਅਰਪਣ ਕੀਤੇ। ਅਧਿਕ ਭਾਵ ਤੇ ਰੁਖ ਸਦ ਕਰੇ। ਮਨ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਹੈ
ਸ਼ਰਧਾ ਭਾਵਨਾ ਦੇ ਨਾਲ ਬਾਬਾ ਜੀ ਨੂੰ ਰੁਖਸਤ ਕਰਨਾ ਕੀਤਾ, ਵਿਦਾ ਕਰਨਾ ਕੀਤਾ। ਹੇਰ ਹੇਰ ਅਚਰਜ ਉਰ ਧਰੇ। ਵੇਖ ਵੇਖ ਕਰਕੇ ਇਹਦੇ ਮਨ ਦੇ ਵਿੱਚ ਬਹੁਤ ਜ਼ਿਆਦੀ ਆਸ਼ਚਰਜਤਾ ਆ ਰਹੀ ਹੈ ਕਿ ਹੁਣ ਹੈ ਇਹਨੂੰ ਆਪਾਂ ਨੇ ਲਗਾਮ ਮੋੜਨੀ ਹੈ ਜਾਂ ਤੇਜ਼ ਦੌੜਾਉਣਾ। ਉਹ ਜਾਣ ਲੈਂਦੇ ਸਨ ਮਹਾਰਾਜ ਜੀ ਦੀ ਗੱਲ ਨੂੰ। ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਲੱਗਦਾ ਕਿ ਭਾਈ ਹੁਣ ਸੱਜੇ ਮੁੜਨਾ, ਘੋੜੇ ਨੂੰ ਨਹੀਂ ਪ੍ਰੇਰਿਤ ਕਰਨਾ ਪੈਂਦਾ, ਉਸੇ ਵੇਲੇ ਘੋੜਾ ਜਿਹੜਾ ਸਤਿਗੁਰਾਂ ਦਾ ਸੱਜੇ ਨੂੰ ਮੁੜ ਜਾਂਦਾ। ਜਦੋਂ ਮਹਾਰਾਜ ਜੀ ਚਾਹੁੰਦੇ ਕਿ ਚੱਲ ਭਾਈ ਇਹਨੂੰ ਭਜਾਉਣਾ ਹੈ, ਤਾਂ ਆਪਾਂ ਨੂੰ ਕੀ ਕਰਨਾ ਪੈਂਦਾ, ਘੋੜ ਸਵਾਰਾਂ ਨੂੰ ਲਗਾਮ ਨੂੰ ਖਿੱਚ ਕਰਕੇ ਅੱਡੀ ਲਾਉਣੀ ਪੈਂਦੀ ਹੈ ਤੇ ਫਿਰ ਜਾ ਕਰਕੇ ਘੋੜਾ ਜਿਹੜਾ ਅੱਗੇ ਨੂੰ ਦੌੜਦਾ। ਲੇਕਿਨ ਸਤਿਗੁਰੂ ਮਹਾਰਾਜ ਜਦੋਂ ਮਨ ਦੇ ਵਿੱਚ ਫੁਰਨਾ ਕਰਦੇ ਹਨ ਕਿ ਹੁਣ ਇਹਨੂੰ ਦੌੜਾਉਣਾ ਹੈ, ਉਸੇ ਵੇਲੇ ਮਹਾਰਾਜ ਜੀ ਦੇ ਘੋੜੇ ਜਿਹੜੇ ਦੌੜ ਪੈਂਦੇ ਸਨ। ਇਹ ਇੱਕ ਤਰ੍ਹਾਂ ਦੀ ਅੰਤਰਜਾਮਤਾ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜਾਵ ਉਹਨਾਂ ਦਾ ਹੋ ਗਿਆ ਹੈ। ਇਸ ਤਰ੍ਹਾਂ ਹੀ ਆ ਘੋੜੀ ਜਿਹੜੀ ਹੈ ਬਾਬਾ ਰਾਮ ਕੁਵੇੜ ਜੀ ਦੇ ਮਨ ਅਨੁਸਾਰ, ਜਿਸ ਤਰ੍ਹਾਂ ਬਾਬਾ ਜੀ ਚਾਹੁੰਦੇ ਕਿ ਹੁਣ ਇੱਥੇ ਜਾਣਾ, ਹੁਣ ਰੁਕਣਾ ਹੈ, ਉਸੇ ਵੇਲੇ ਹੁਣ ਉਹਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਹੈ, ਉਸੇ ਵੇਲੇ ਖੜ ਜਾਂਦੀ। ਇੱਕ ਦਿਸ਼ ਦੋਨੋਂ ਚਰਨ ਕਰੇ ਹੈ। ਉਸ ਤਰ੍ਹਾਂ ਹੀ ਇੱਕ ਦਿਸ਼ਾ ਦੇ ਵਿੱਚ ਆਪਣੇ ਘੋੜੇ ਦੇ ਉੱਤੇ ਜਿਸ ਤਰ੍ਹਾਂ ਚੜਦੇ ਸਨ, ਇਸ ਤਰ੍ਹਾਂ ਹੀ ਬਾਬਿਆਂ ਨੇ ਇੱਕ ਦਿਸ਼ਾ ਦੇ ਵਿੱਚ ਦੋਵੇਂ ਪੈਰਾਂ ਨੂੰ ਕਰਨਾ ਕੀਤਾ। ਹੇਰਤਪੁਰ ਨਰ ਹਰਖ ਭਰੇ ਹੈ। ਸਾਰੇ ਨਗਰ ਨਿਵਾਸੀ ਜਿਹੜੇ ਲਾਹੌਰ ਦੇ ਨਿਵਾਸੀਆਂ ਨੇ ਵੇਖ ਕਰਕੇ ਬੜਾ ਉਹਨਾਂ ਦੇ ਮਨ ਦੇ ਵਿੱਚ ਇੱਕ ਤਾਂ ਆਸ਼ਚਰਜਤਾ ਵੀ ਹੋ ਰਹੀ ਹੈ ਤੇ ਨਾਲ ਪ੍ਰਸੰਨਤਾ ਵੀ ਬਹੁਤ ਜ਼ਿਆਦੀ ਹੋ ਰਹੀ ਹੈ। ਫਿਰ ਸਾਰੇ ਇੱਕ ਤਾਂ ਵੇਖ ਕਰਕੇ ਕਿ ਬਾਬਾ ਜੀ ਨੇ ਬੈਠੇ ਹੋਏ ਹਨ ਘੋੜੇ ਦੇ ਉੱਤੇ ਤੇ ਨਾਲ ਲਗਾਮ ਵੀ ਨਹੀਂ ਪਾਈ ਹੈ ਇਹਨਾਂ ਨੇ, ਤੇ ਲੋਕੀ ਕਹਿੰਦੇ ਕਿ ਭਾਈ ਇਹ ਉਹੀ ਘੋੜੀ ਹੈ, ਅੜਬੰਗ ਘੋੜੀ, ਜਿਹਦੇ ਉੱਤੇ ਕੋਈ ਨਹੀਂ ਚੜਦਾ ਸੀ। ਸਾਰੇ ਡਰਦੇ ਸਨ, ਜਿਹੜਾ ਵੀ ਚੜਦਾ ਸੀ ਘੋੜੀ ਉਹਨੂੰ ਧਰਤੀ ਦੇ ਉੱਤੇ ਗਿਰਾ ਦਿੰਦੀ ਸੀ, ਪਟਖਣੀ ਦੇ ਦਿੰਦੀ ਸੀ। ਉਹੀ ਘੋੜੀ ਦੇ ਉੱਤੇ ਹੁਣ ਬਾਬਾ ਜੀ ਚੜੇ ਹੋਏ। ਗਰੀ ਬਾਜ਼ਾਰ ਬਿਲੋਕਤ ਆਏ। ਇਸ ਤਰ੍ਹਾਂ ਗੜੀਆਂ ਬਾਜ਼ਾਰ ਆਦਿ ਸਭ ਵੇਖ ਕਰਕੇ ਸੈਰ ਸਪਾਟਾ ਜਾਂ ਇੱਕ ਗੇੜਾ ਲਾਹੌਰ ਦਾ ਕੱਢ ਕੇ ਆਉਣਾ ਕੀਤਾ। ਜਹਾਂ ਖਾਨ ਕੇ ਸਦਨ ਸੁਹਾਏ। ਫਿਰ ਆ ਕਰਕੇ ਜਿੱਥੇ ਖਾਨ ਦਾ ਘਰ ਜਿਹੜਾ ਸੀ ਨਾ, ਉੱਥੇ ਆ ਗਏ ਹਨ ਬਾਬਾ ਰਾਮ ਕੁਵੇੜ ਜੀ। ਮਹਾ ਸਮ੍ਰਿੱਧ ਨਗਰ ਮਹਿਪੂਰੀ। ਤੇ ਫਿਰ ਮਹਾ ਸਮ੍ਰਿੱਧ ਭਾਵ ਕੇ ਨਗਰ ਦੇ ਵਿੱਚ ਪਿਆਰਿਓ ਬਹੁਤ ਜ਼ਿਆਦੀ ਸਮ੍ਰਿੱਧੀ ਹੈ, ਕਿਉਂਕਿ ਲਾਹੌਰ ਸ਼ਹਿਰ ਜਿਹੜਾ ਹੈ ਬੜਾ ਪੁਰਾਣਾ ਸ਼ਹਿਰ ਇਹ ਮੰਨਿਆ ਜਾਂਦਾ। ਕਿਹਾ ਜਾਂਦਾ ਕਿ ਰਾਮਚੰਦਰ ਜੀ ਦਾ ਲੜਕਾ ਜਿਹੜਾ ਹੈ ਲਹੂ, ਉਹਨਾਂ ਦੇ ਦੋ ਲੜਕੇ ਹੋਏ ਹਨ, ਇੱਕ ਲਹੂ ਤੇ ਦੂਜਾ ਜਿਹੜਾ ਕੁਸ਼ੂ ਕਰਕੇ। ਇਹਨੇ ਲਹੂ ਨੇ ਜਿਹੜਾ ਹੈ ਇਹ ਨਗਰ ਜਿਹੜਾ ਹੈ ਵਸਾਉਣਾ ਕੀਤਾ, ਤਾਂ ਕਰਕੇ ਇਹਦਾ ਨਾਮ ਪੈ ਗਿਆ ਸੀ ਲਵਪੁਰੀ। ਅਸਲ ਦੇ ਵਿੱਚ ਇਹਦਾ ਪੁਰਾਤਨ ਨਾਮ ਸੀ ਲਵਪੁਰੀ ਕਰਕੇ, ਤੇ ਕੁਸ਼ੂ ਨੇ ਜਿਹੜਾ ਵਸਾਇਆ ਉਹ ਕਸੂਰ ਬੋਲਦੇ ਹਨ, ਤੇ ਕੁਸ਼ੂ ਨੇ ਵਸਾਇਆ ਉਹਦਾ ਨਗਰ ਦਾ ਨਾਮ ਕਸੂਰ ਕਰਕੇ ਪੈ ਗਿਆ ਲਵਪੁਰੀ। ਫਿਰ ਪਹਿਲੇ ਹਿੰਦੂਆਂ ਦਾ ਬਹੁਤ ਵੱਡਾ ਇੱਥੇ ਗੜ ਹੋਇਆ ਕਰਦਾ, ਲੇਕਿਨ ਇਸਲਾਮੀ ਮਤ ਦਾ ਜਦੋਂ ਪ੍ਰਚਾਰ ਹੁੰਦਾ ਰਿਹਾ, ਉਹ ਫਿਰ ਅੱਗੇ ਆਉਂਦੇ ਗਏ ਤੇ ਇੱਥੇ ਪਿਆਰਿਓ ਉਹਨਾਂ ਦੇ ਪੈਰ ਉਖੜ ਗਏ ਤੇ ਇਸਲਾਮੀ ਮਤ ਵਾਲਿਆਂ ਨੇ ਇਹਦੇ ਉੱਤੇ ਕਬਜ਼ਾ ਕਰ ਲਿਆ। ਫਿਰ ਇਹਦਾ ਨਾਮ ਲਵਪੁਰੀ ਤੋਂ ਲਾਹੌਰ ਬਣ ਗਿਆ। ਫਿਰ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ-ਵਾਰ ਹੋਈ ਸੀ, ਉਸ ਵੇਲੇ ਆ ਲਾਹੌਰ ਜਿਹੜਾ ਹੈ ਉੱਥੇ ਚੱਲ ਗਿਆ ਪਾਕਿਸਤਾਨ ਦੇ ਵਿੱਚ। ਕਹਿਣ ਦਾ ਭਾਵ ਕਿ ਆ ਜਿਹੜਾ ਲਾਹੌਰ ਜਿਹੜਾ ਬੜਾ ਸਮ੍ਰਿੱਧ ਨਗਰ ਹੈ, ਪੁਰਾਤਨ ਸ਼ਹਿਰ ਹੈ, ਬਹੁਤ ਪੁਰਾਣਾ ਸ਼ਹਿਰ ਮੰਨਿਆ ਜਾਂਦਾ। ਤੇ ਕਹਿੰਦੇ ਸਨ ਜਦੋਂ ਇੱਕੋ ਦੇਸ਼ ਸੀ ਤੇ ਦਿੱਲੀ ਤੋਂ ਬਾਅਦ ਲਾਹੌਰ ਦਾ ਨਾਮ ਆਉਂਦਾ ਸੀ। ਅਨੇਕ ਪ੍ਰਕਾਰਨ ਰਚਨਾ ਰੂਰੀ। ਅਨੇਕ ਪ੍ਰਕਾਰ ਦੇ ਨਾਲ ਬਹੁਤ ਸੋਹਣੀ ਸ਼ਹਿਰਾਂ ਦੀ ਜਿਸ ਤਰ੍ਹਾਂ ਰਚਨਾ ਕੀਤੀ ਜਾਂਦੀ ਹੈ, ਇੱਕੋ ਜਿਹੀਆਂ ਗੜੀਆਂ ਹਨ, ਬਾਜ਼ਾਰ ਲੰਬੇ ਚੌੜੇ, ਚੌਰਸਤੇ ਕੱਢੇ ਹੋਏ, ਦੁਕਾਨਾਂ ਬਣਾਈਆਂ ਗਈਆਂ। ਜਹ ਕਹਿ ਨਰਨ ਭੀਰ ਸਮੁਦਾਇ। ਜਿੱਥੇ ਕਿਥੇ ਸ਼ਹਿਰਾਂ ਦੇ ਵਿੱਚ ਤਾਂ ਪਿਆਰਿਓ ਉਂਜੀ ਬਹੁਤ ਜ਼ਿਆਦਾ ਭੀੜ ਭੜਾਕਾ ਜਾ ਹੁੰਦਾ ਹੈ। ਆਮ ਛੋਟੇ ਨਗਰ ਪਿੰਡਾਂ ਦੇ ਵਿੱਚ ਕੋਈ ਭੜਾਕਾ ਨਹੀਂ ਹੁੰਦਾ। ਸ਼ਹਿਰ ਦੇ ਮਾਇਆਧਾਰੀ ਲੋਕ ਉਹ ਵਧੀਆ ਵਧੀਆ ਬਸਤਰ ਗਹਿਣੇ ਗੱਟੇ ਪਾ ਕਰਕੇ ਬੜੇ ਪ੍ਰਸੰਨ ਰਹਿੰਦੇ। ਪੁਨਹ ਖਾਨ ਨਿਜ ਬੈਠਕ ਮਾਹੇ। ਫਿਰ ਬਾਅਦ ਦੇ ਵਿੱਚ ਖਾਨ ਨੇ ਕੀ ਕਰਨਾ ਕੀਤਾ, ਇੱਕ ਗੇੜਾ ਕਢਵਾ ਕਰਕੇ ਬਾਬਾ ਜੀ ਵਾਪਸ ਜਦੋਂ ਆਏ
ਤੇ ਆਪਣੀ ਬੈਠਕ ਦੇ ਵਿੱਚ ਬਾਬਿਆਂ ਨੂੰ ਸੱਦਿਆ ਹੈ। ਲੈ ਪ੍ਰਵੇਸ਼ਿਓ ਉਤੰਗ ਬੜ ਜਾਹੇ, ਲੈ ਪ੍ਰਵੇਸ਼ਿਓ ਭਾਵ ਕੇ ਲੈ ਕਰਕੇ ਆਪਣੇ ਨਾਲ, ਜਿੱਥੇ ਇਹਦਾ ਮਕਾਨਾ ਬਹੁ ਮੰਜ਼ਲਾ ਇਮਾਰਤ ਸੀ, ਬਹੁਤ ਵੱਡਾ ਜਿੱਥੇ ਮਹਿਲ ਸੀ ਨਾ ਇਹਦਾ, ਉਥੇ ਬਾਬਾ ਜੀ ਨੂੰ ਲੈ ਕਰਕੇ ਆਪ ਅੰਦਰ ਆ ਗਿਆ। ਊਚੇ ਖਰੇ ਹੋਏ ਦਿਖਰਾਇਓ, ਫਿਰ ਬਾਬਾ ਜੀ ਨੂੰ ਤੈਂ ਐਨ ਅਟਾਰੀ ਦੇ ਉੱਤੇ ਲੈ ਕਰਕੇ ਉਥੇ ਜਾ ਕਰਕੇ ਗੁੰਮਟੀਆਂ ਦੇ ਵਿੱਚ ਲਿਆ ਕਰਕੇ ਫਿਰ ਪੂਰੇ ਨਗਰ ਨੂੰ ਦਿਖਾਉਣਾ ਕੀਤਾ। ਬਾਬਾ ਜੀ ਆ ਸਾਡਾ ਲਾਹੌਰ ਨਗਰ ਹੈ, ਸ਼ਹਿਰ ਹੈ ਕਰਕੇ। ਨਿਜ ਘਰ ਅਰ ਸਭ ਨਗਰ ਸੁਹਾਇਓ, ਨਿਜ ਘਰ ਭਾਵ ਕੇ ਉਹਦਾ ਘਰ ਵੀ ਬਹੁਤ ਬਾਬਾ ਜੀ ਨੇ ਪਵਿੱਤਰ ਕਰਨਾ ਕੀਤਾ, ਨਗਰ ਵੀ ਜਿਹੜਾ ਹੈ ਇਹਨਾਂ ਦੇ ਚਰਨਾਂ ਦੇ ਨਾਲ ਪਵਿੱਤਰ ਹੋਇਆ। ਸਭਨ ਬਿਲੋਕਤ ਬੋਲੇ ਬਾਣੀ, ਸਾਰਿਆਂ ਨੇ ਵੇਖ ਕਰਕੇ ਬਾਬਾ ਜੀ ਦੇ ਤਾਂ ਹੀ ਬਚਨ ਕਰਨਾ ਕੀਤਾ। ਭਾਈ ਰਾਮ ਕੁਵੈਰ ਬ੍ਰਹਮ ਗਿਆਨੀ, ਭਾਵ ਕੇ ਬਾਬਾ ਰਾਮ ਕੁਵੈਰ ਜੀ ਜੋ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਹਨ, ਜਦੋਂ ਸਾਰੇ ਲੋਕ ਇਹਦੇ ਦੀਵਾਨ ਖਾਸ ਆਦਿਕ ਐਲਕਾਰ ਆਦਿਕ ਜਦੋਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਉਹਨਾਂ ਨੂੰ ਵੇਖ ਕਰਕੇ ਬਾਬਾ ਰਾਮ ਕੁਵੈਰ ਜੀ ਨੇ ਉਹਨਾਂ ਦੇ ਤਾਈ ਇਹ ਬਚਨ ਕਰਨਾ ਕੀਤਾ ਹੈ। ਦੋਹਰਾ ਸੁਨਹੁ ਖਾਨ ਰਾਮਦਾਸ ਕੇ ਗ੍ਰਾਮ ਉਜਾਰਿਓ ਲੂਟ, ਬਾਬਾ ਜੀ ਕਹਿਣ ਲੱਗੇ ਕਿ ਐ ਖਾਨਜ਼ਾਦਿਓ, ਤੁਸਾਂ ਨੇ ਕੀ ਕਰਨਾ ਕੀਤਾ, ਫੌਜਾਂ ਨੂੰ ਲੈ ਕਰਕੇ ਸਾਡਾ ਨਗਰ ਰਾਮਦਾਸਪੁਰ ਜਿਹੜਾ ਉਹਨੂੰ ਤੁਸਾਂ ਨੇ ਲੁੱਟਿਆ ਹੈ। ਵਸਤ ਖਸੋਟੀ ਸਭਨ ਤੇ ਗਨ ਮਨੁਜਨ ਕੋ ਕੂਟ, ਤੁਸੀਂ ਆ ਕਰਕੇ ਸਾਰੀ ਵਸਤੂ ਜਿਹੜੀ ਆ ਖਸੋਟ ਕਰਕੇ ਲੁੱਟ ਕਰਕੇ ਲੈ ਕੇ ਗਏ ਤੇ ਨਾਲ ਸਾਡੇ ਨਗਰ ਦੇ ਬੰਦਿਆਂ ਨੂੰ ਬਹੁਤ ਤੁਸਾਂ ਨੇ ਮਾਰ ਕੁਟਾਈ ਕਰਨੀ ਕੀਤੀ ਹੈ। ਚੰਗੀ ਤਰ੍ਹਾਂ ਮਾਰ ਕੁੱਟ ਕੇ ਉਹਨਾਂ ਦਾ ਮਾਲ ਧਨ ਲੁੱਟ ਕੇ ਲੈ ਕੇ ਆਏ। ਚੌਪਈ ਸੋ ਸਗਰੀ ਤੁਮਨੇ ਫਿਰਵਾਈ, ਤੇ ਨਾਲ ਬਾਬਿਆਂ ਨੇ ਬਚਨ ਕਰਨਾ ਕੀਤਾ, ਉਹ ਸਾਰੀ ਵਸਤੂ ਜਿਹੜੀ ਹੈ ਹੁਣ ਤੁਸਾਂ ਨੇ ਵਾਪਸ ਮੋੜ ਦਿੱਤੀ ਹੈ। ਹਮਰੋ ਗ੍ਰਾਮ ਬਸ ਹੈ ਪੁਨ ਆਈ, ਹੁਣ ਇਹਦੇ ਨਾਲ ਕੀ ਹੋਵੇਗਾ, ਸਾਡਾ ਗ੍ਰਾਮ ਸਾਡਾ ਨਗਰ ਰਮਦਾਸ ਜਿਹੜਾ ਫਿਰ ਤੋਂ ਇੱਕ ਵਾਰੀ ਸੁੱਖ ਸੁੱਖਾਂ ਦੇ ਨਾਲ ਉਹ ਵਸੇਗਾ। ਭਾਵ ਕੇ ਜਿਨ੍ਹਾਂ ਦੀ ਮਾਇਆ ਚੱਲ ਗਈ, ਕੀਮਤੀ ਆ ਭੂਖਨ ਗਹਿਣੇ ਆਦਿਕ ਜੋ ਉਹਨਾਂ ਦੀ ਬਹੁਤ ਜ਼ਿਆਦਾ ਜਿਨ੍ਹਾਂ ਨੇ ਕਮਾਈਆਂ ਕਰਨੀਆਂ ਕੀਤੀਆਂ, ਮਿਹਨਤ ਮਸ਼ੱਕਤ ਕਰ ਕਰਕੇ ਜੋ ਉਹਨਾਂ ਨੇ ਸੰਪਤਾ ਨੂੰ ਜੋੜਨਾ ਕੀਤਾ, ਉਹ ਉਹਨਾਂ ਨੂੰ ਵਾਪਸ ਮਿਲ ਜਾਵੇਗੀ। ਉਹ ਸਾਰੇ ਲੋਕ ਬਹੁਤ ਆਨੰਦ ਦੇ ਵਿੱਚ ਖੁਸ਼ੀ ਦੇ ਵਿੱਚ ਰਹਿਣਗੇ। ਤੁਮਰੋ ਨਗਰ ਜੋ ਬਸਹਿ ਬਿਲੰਦ, ਤੇ ਹੁਣ ਬਾਬਾ ਜੀ ਨੇ ਸਹਿਜ ਸੁਭਾਈ ਉਹਨਾਂ ਦੇ ਤਾਂ ਹੀ ਬਚਨ ਕਰਨਾ ਕੀਤਾ ਕਿ ਤੁਹਾਡਾ ਆ ਨਗਰ ਜਿਹੜਾ ਹੈ ਲਾਹੌਰ ਸ਼ਹਿਰ ਜਿਹੜਾ ਵਸ ਰਿਹਾ, ਅਰ ਊਚੇ ਕਰ ਸੈਲ ਮਨਿੰਦ, ਔਰ ਉੱਚੇ ਘਰ ਭਾਵ ਕੇ ਬਹੁਤ ਉੱਚੇ ਉੱਚੇ ਘਰ ਹਨ, ਇਮਾਰਤਾਂ ਬਹੁ ਮੰਜ਼ਿਲਾ ਇਮਾਰਤਾਂ ਹਨ। ਤੇ ਵੇਖ ਕਰਕੇ ਇੰਜ ਲੱਗਦਾ ਤੁਹਾਡੇ ਘਰਾਂ ਨੂੰ ਕਿ ਕੋਈ ਬਹੁਤ ਵੱਡਾ ਪਹਾੜ ਤਾਂ ਨਾ ਹੋਵੇ। ਇਹ ਜਬ ਲੂਟੇ ਜਾਹੇ ਉਜਾਰੇ, ਸੁਤੇ ਸਿੱਧੀ ਬਾਬਾ ਜੀ ਨੇ ਬਚਨ ਕੀਤਾ ਕਿ ਤੁਸਾਂ ਨੇ ਤਾਂ ਸਾਡਾ ਲੁੱਟ ਕੇ ਲੈ ਕੇ ਆਏ। ਹੁਣ ਭਾਈ ਜੇ ਸਮਝ ਲਿਓ, ਜੇ ਤੁਹਾਡਾ ਨਗਰ ਜਿਹੜਾ ਤੁਹਾਡਾ ਇਹ ਲਾਹੌਰ ਜੇ ਸ਼ਹਿਰ ਜੇ ਲੁੱਟ ਜਾਵੇ ਤਾਂ ਕੌਣ ਫਿਰਾਵਹਿ ਵਸਤੂ ਸਾਰੇ, ਫਿਰ ਕੌਣ ਆ ਕਰਕੇ ਤੁਹਾਡੀ ਵਸਤੂ ਨੂੰ ਵਾਪਸ ਲਿਆ ਕਰਕੇ ਮੋੜ ਦਵੇਗਾ। ਕਿਉਂਕਿ ਸਾਡੇ ਕੋਲ ਤਾਂ ਕੁਝ ਵੀ ਨਹੀਂ ਸੀ, ਥੋੜਾ ਬਹੁਤ ਸੀ। ਤੇ ਚਲੋ ਤੁਹਾਡਾ ਇਹ ਖਾਨ ਜਿਹੜਾ ਹੈ, ਇਹ ਖਾਨ ਬਹਾਦਰ ਬਹੁਤ ਵਧੀਆ ਇਨਸਾਨ ਹੈ, ਤੇ ਉਹਨੇ ਕਹਿ ਕਰਕੇ ਇਹ ਵਸਤੂਆਂ ਜਿਹੜੀਆਂ ਵਾਪਸ ਮੋੜ ਦਿੱਤੀਆਂ। ਲੇਕਿਨ ਤੁਹਾਡੇ ਕੋਲ ਤਾਂ ਬਹੁਤ ਜ਼ਿਆਦੀ ਮਾਇਆ ਹੈ, ਬਹੁਤ ਗਹਿਣਾ ਗੱਟਾ ਹੈ। ਜੇ ਸਮਝ ਲਿਓ ਕਿਸੇ ਧਾੜਵੀਆਂ ਨੇ ਤੁਹਾਡੇ ਨਗਰ ਨੂੰ ਲੁੱਟ ਕੇ ਲੈ ਕੇ ਜਾਣਾ ਕੀਤਾ, ਫਿਰ ਕੌਣ ਉਹ ਵਾਪਸ ਮੋੜ ਕੇ ਲੈ ਕੇ ਆਵੇਗਾ। ਕਰਹਿ ਕੌਣ ਦੇ ਵਿੱਚ ਲੁੱਟ ਮਾਰ ਹੋ ਗਈ ਤੇ ਇਹ ਨਗਰ ਫਿਰ ਕਿਸ ਤਰ੍ਹਾਂ ਵਸ ਸਕਦਾ ਹੈ। ਕਿਉਂਕਿ ਪਹਿਲੇ ਜ਼ਮਾਨਿਆਂ ਦੇ ਵਿੱਚ ਪਿਆਰਿਓ, ਜਦੋਂ ਧਾੜਵੀਆਂ ਦੀ ਲੁੱਟ ਹੋਇਆ ਕਰਦੀ ਸੀ ਨਾ, ਕਈ ਵਾਰੀ ਧਾੜਵੀ ਜਿਹੜੇ ਹਨ ਇੰਨਾ ਜ਼ਿਆਦਾ ਲੁੱਟ ਮਚਾ ਦਿੰਦੇ, ਫਿਰ ਉਹ ਨਗਰ ਜਿਹੜਾ ਸਾਰਾ ਬਰਬਾਦ ਹੋ ਜਾਂਦਾ। ਉਹ ਨਗਰ ਕਦੇ ਵਸਦੇ ਹੀ ਨਹੀਂ ਸਨ। ਫਿਰ ਉੱਥੋਂ ਉਹ ਨਗਰ ਨਿਵਾਸੀ ਕੋਈ ਬਚ ਗਿਆ ਜਿਹੜਾ, ਉੱਥੋਂ ਉੱਠ ਕਰਕੇ ਕੋਈ ਦੂਜੀ ਥਾਂ ਤੇ ਜਾ ਕਰਕੇ ਉਹ ਦੂਜਾ ਇਲਾਕਾ ਜਿਹੜਾ ਕੋਈ ਆਪਣਾ ਵੱਖਰਾ ਨਗਰ ਜਿਹੜਾ ਵਸਾ ਲੈਂਦੇ ਸਨ। ਤੇ ਹੁਣ ਬਾਬਾ ਰਾਮ ਕੁਵੈਰ ਜੀ ਨੇ ਕਿਹਾ ਕਿ ਕੋਈ ਆ ਕਰਕੇ ਤੁਹਾਡੇ ਨਗਰ ਨੂੰ ਲੁੱਟ ਕੇ ਲੈ ਕੇ ਜਾਵੇ
ਤੇ ਤੁਹਾਡਾ ਨਗਰ ਫਿਰ ਤੁਸੀਂ ਕਿਸ ਤਰ੍ਹਾਂ ਦੂਜੇ ਪਾਸੇ ਵਸਾਓਗੇ। ਸੁਨਤ ਖਾਨ ਕਹੇ ਯਹ ਕਿਆ ਆਪ। ਤੇ ਸੁਣ ਕਰਕੇ ਖਾਨ ਜਿਹੜਾ ਸੀ ਨਾ, ਉਹਨੇ ਕਿਹਾ ਕਿ ਬਾਬਾ ਜੀ ਇਹ ਤੁਸੀਂ ਕੀ ਬਚਨ ਬੋਲਦੇ ਹੋ, ਸਾਨੂੰ ਕੋਈ ਪਤਾ ਨਹੀਂ ਚੱਲ ਰਿਹਾ। ਦੇਤ ਮੋਹਿ ਅਰਪੁਰ ਕੋ ਸ਼ਰਾਪ। ਲੱਗਦਾ ਕਿ ਬਾਬਾ ਜੀ ਆਪ ਮੈਨੂੰ ਤੇ ਮੇਰੇ ਨਗਰ ਨੂੰ ਸ਼ਰਾਪ ਦੇ ਰਹੇ ਹੋ, ਕਿਉਂਕਿ ਬਾਬਾ ਜੀ ਨੇ ਸਿੱਧਾ ਹੀ ਕਿਹਾ ਨਾ ਕਿ ਭਾਈ ਚਲੋ ਠੀਕ ਹੈ, ਸਾਡਾ ਨਗਰ ਲੁੱਟ ਗਿਆ, ਤੁਸਾਂ ਨੇ ਲੁੱਟਿਆ ਹੈ ਤੇ ਵਾਪਸ ਵਸਤੂਆਂ ਵੀ ਦੇ ਦਿੱਤੀਆਂ, ਫਿਰ ਤੋਂ ਸਾਡਾ ਨਗਰ ਵਸ ਜਾਵੇਗਾ। ਲੇਕਿਨ ਭਾਈ ਕੋਈ ਆ ਕਰਕੇ ਤੁਹਾਡਾ ਨਗਰ ਲੁੱਟ ਕੇ ਲੈ ਕੇ ਜਾਵੇ ਤੇ ਦੁਬਾਰਾ ਇਹਨੂੰ ਤੁਸੀਂ ਕਿਸ ਤਰ੍ਹਾਂ ਵਸਾਓਗੇ। ਸਿੱਧੀ ਦੀ ਗੱਲ ਹੈ ਪਿਆਰਿਓ, ਇੰਜ ਲੱਗ ਰਿਹਾ ਕਿ ਇਹਨਾਂ ਬਚਨਾਂ ਦੇ ਵਿੱਚ ਬਾਬਾ ਜੀ ਦੀ ਕਰੋਪੀ ਹੈ ਤੇ ਬਾਬਾ ਰਾਮ ਕੁੰਵਰ ਜੀ ਇਹਨਾਂ ਨੂੰ ਸ਼ਰਾਪ ਦੇ ਰਹੇ ਹਨ। ਤੇ ਖਾਨਜ਼ਾਦਾ ਜਿਹੜਾ ਉਹ ਹਾਕਮ ਬੜਾ ਭੈਭੀਤ ਹੋ ਕੇ ਕਹਿਣ ਲੱਗਾ, ਬਾਬਾ ਜੀ ਕੋਈ ਗਲਤੀ ਤਾਂ ਨਹੀਂ ਹੋਈ ਹੈ ਸਾਡੇ ਤੋਂ, ਜਿਸ ਕਰਕੇ ਲੱਗਦਾ ਆਪ ਜੀ ਸਾਨੂੰ ਸ਼ਰਾਪ ਦੇ ਰਹੇ ਹੋ। ਹਮ ਤੋ ਸਹਿਜ ਸੁਭਾਇਕ ਬੂਝੇ। ਤੇ ਫਿਰ ਬਾਬਾ ਰਾਮ ਕੁੰਵਰ ਜੀ ਅੱਗੋਂ ਕਹਿਣ ਲੱਗੇ, ਨਹੀਂ ਭਾਈ ਇਹ ਸਾਡਾ ਕੋਈ ਸ਼ਰਾਪ ਵਾਲਾ ਬਚਨ ਨਹੀਂ ਹੈ, ਇਹ ਤਾਂ ਸਹਿਜ ਸੁਭਾਈ ਅਸਾਂ ਨੇ ਤੁਹਾਨੂੰ ਪੁੱਛਣਾ ਕੀਤਾ। ਤੁਮਕੋ ਸ਼ਰਾਪ ਕੁਤੋ ਇਹ ਸੂਝੇ। ਤੁਹਾਨੂੰ ਇਹ ਸ਼ਰਾਪ ਕਰਕੇ ਕਿਸ ਤਰ੍ਹਾਂ ਸੁੱਝ ਗਿਆ ਕਿ ਬਾਬਾ ਜੀ ਸਾਨੂੰ ਸ਼ਰਾਪ ਦੇ ਰਹੇ ਹਨ। ਉਹਨਾਂ ਨੇ ਫਿਰ ਤੋਂ ਕਿਹਾ ਕਿ ਅਸਾਂ ਨੇ ਕੋਈ ਸ਼ਰਾਪ ਨਹੀਂ ਦਿੱਤਾ, ਉਂਜੀ ਅਸਾਂ ਨੇ ਸਹਿਜ ਸੁਭਾਈ ਆਪ ਨੂੰ ਪੁੱਛਣਾ ਕੀਤਾ। ਮਹਾਨਗਰ ਇਹ ਉਜਰੈ ਸਾਰਾ। ਕਿਉਂਕਿ ਇਹ ਵੱਡਾ ਨਗਰ ਹੈ, ਜੇ ਇਹ ਸਾਰਾ ਨਗਰ ਉਜੜ ਜਾਵੇ ਤਾਂ ਕਹਾਂ ਬਸ ਹੈ ਹਮ ਏਵ ਉਚਾਰਾ। ਸਾਡੇ ਮਨ ਦੇ ਵਿੱਚ ਇਹੀ ਵਿਚਾਰ ਆ ਰਿਹਾ ਸੀ ਕਿ ਭਾਈ ਜੇ ਉਜੜ ਗਿਆ ਤੇ ਕਿਸ ਤਰ੍ਹਾਂ ਜਾ ਕਰਕੇ, ਕਿੱਥੇ ਜਾ ਕਰਕੇ ਇਹ ਵਸੇਗਾ। ਕਿਉਂਕਿ ਛੋਟੇ ਨਗਰ ਪਿਆਰਿਓ ਜਦੋਂ ਉਜੜ ਜਾਂਦੇ ਹਨ, ਕੋਈ ਨਹੀਂ ਹੈ ਛੋਟਾ ਨਗਰ ਦੁਬਾਰਾ ਵਸ ਜਾਂਦਾ, ਲੇਕਿਨ ਮਹਾਨਗਰ, ਮਹਾ ਸ਼ਹਿਰ, ਵੱਡੇ ਸ਼ਹਿਰ ਜਦੋਂ ਉਜੜ ਜਾਂਦੇ ਫਿਰ ਉਹਨਾਂ ਦਾ ਵਸਣਾ ਦੁਬਾਰਾ ਬੜਾ ਮੁਸ਼ਕਲ ਹੋ ਜਾਂਦਾ। ਹਮਰੀ ਵਸਤ ਤੁਮਹਿ ਫਿਰਵਾਈ। ਕਿਉਂਕਿ ਤੁਸਾਂ ਨੇ ਸਾਡੀ ਵਸਤੂ ਜੋ ਲੁੱਟਣੀ ਕੀਤੀ ਨਾ ਤੁਹਾਡੇ ਬੰਦਿਆਂ ਨੇ, ਤੁਸਾਂ ਨੇ ਵਾਪਸ ਮੋੜ ਦਿੱਤੀ ਹੈ। ਤੁਮਰੀ ਲੁੱਟੇ ਕਹਾਂ ਕਰ ਆਈ। ਮੇਰੇ ਮਨ ਦੇ ਵਿੱਚ ਇਹੀ ਚੱਲ ਰਿਹਾ ਕਿ ਸਾਡਾ ਲੁੱਟਿਆ ਵਾਪਸ ਤੁਸਾਂ ਨੇ ਮੋੜ ਦਿੱਤਾ, ਲੇਕਿਨ ਜੇ ਪਿਆਰਿਓ ਤੁਹਾਡਾ ਕੋਈ ਲੁੱਟਿਆ ਜਾਵੇ ਸਮਾਨ ਤੇ ਕੌਣ ਲਿਆ ਕਰਕੇ ਤੁਹਾਨੂੰ ਵਾਪਸ ਦਊਗਾ। ਸੁਨਤ ਖਾਨ ਪੁਨ ਤੂਸ਼ਨ ਰਹਿਓ। ਸੁਣ ਕਰਕੇ ਖਾਨ ਜਿਹੜਾ ਪਿਆਰਿਓ ਹੁਣ ਐਤਕੀ ਕੋਈ ਬਚਨ ਨਹੀਂ ਕੀਤਾ, ਉਹਨੇ ਚੁੱਪੀ ਨੂੰ ਧਾਰਨ ਕੀਤਾ ਹੈ। ਤਰਾਸ ਧਰੇ ਉਰ ਕਛੁ ਨ ਕਹਿਓ। ਤਰਾਸ ਧਾਰਨ ਕਰਕੇ, ਭੈ ਧਾਰਨ ਕਰਕੇ ਅੱਗੋਂ ਕੋਈ ਬਚਨ ਨਹੀਂ ਬੋਲਿਆ। ਨਿਕਸੇ ਵਹਿਰ ਅਰੂੜਨ ਭਏ। ਫਿਰ ਬਾਬਾ ਜੀ ਨੇ ਉਥੋਂ ਵਿਦਾ ਲੈ ਕਰਕੇ ਉਥੋਂ ਬਾਹਰ ਹੋ ਕਰਕੇ ਘੋੜੇ ਦੇ ਉੱਤੇ ਚੜ ਗਏ। ਉਹਨਾਂ ਦੇ ਕਹਿਣ ਦਾ ਇਹ ਮਤਲਬ ਸੀ, ਇਹ ਭਾਵ ਸੀ ਕਿ ਭਾਈ ਤੁਸਾਂ ਨੇ ਸਾਡਾ ਲੁੱਟਿਆ, ਗਰੀਬਾਂ ਦਾ ਲੁੱਟਿਆ, ਤੇ ਗਰੀਬਾਂ ਨੂੰ ਲੁੱਟ ਕਰਕੇ ਵੀ ਕੀ ਤੁਹਾਨੂੰ ਪ੍ਰਾਪਤ ਹੋ ਗਿਆ। ਚਲੋ ਉਹ ਵਾਪਸ ਤੁਸਾਂ ਨੇ ਮੋੜ ਵੀ ਦਿੱਤਾ, ਲੇਕਿਨ ਤੁਸੀਂ ਜਿਸ ਤਰ੍ਹਾਂ ਸਾਨੂੰ ਲੁੱਟਿਆ, ਅਸੀਂ ਤਾਂ ਗਰੀਬ ਲੋਕਾਂ ਨੂੰ ਲੁੱਟੋਗੇ ਤੁਹਾਨੂੰ ਮਿਲੇਗਾ ਕੁਛ ਨਹੀਂ, ਲੇਕਿਨ ਉਹਨਾਂ ਦੀ ਤੁਹਾਨੂੰ ਬਹੁਤ ਜ਼ਿਆਦਾ ਬਦਦੁਆ ਲੱਗੇਗੀ। ਲੇਕਿਨ ਕੋਈ ਬਦਦੁਆ ਕਰਕੇ ਜੇ ਤੁਹਾਡਾ ਕੋਈ ਮਾਲ ਲੁੱਟ ਕੇ ਲੈ ਕੇ ਜਾਵੇਗਾ ਤੇ ਤੁਹਾਡਾ ਰਹਿਣਾ ਕੱਖ ਵੀ ਨਹੀਂ ਹੈ। ਕਿਉਂਕਿ ਗਰੀਬ ਬੰਦਾ ਜਿਹੜਾ ਪਿਆਰਿਓ ਉਹਦੇ ਕੋਲ ਹੈ, ਉਹਦੀ ਕੋਈ ਮਾਇਆ ਲੁੱਟ ਕੇ ਲੈ ਕੇ ਚਲ ਜਾਵੇ, ਸਾਰਾ ਉਹਦਾ ਧਨ ਲੁੱਟ ਲਵੇ ਤੇ ਉਹ ਆਪ ਹੀ ਪਿਆਰਿਓ ਮਰ ਜਾਂਦਾ, ਉਹ ਦੂਜੇ ਪਾਸੇ ਰਹਿਣ ਦੇ ਜੋਗਾ ਹੀ ਨਹੀਂ ਹੁੰਦਾ। ਕਈ ਵਾਰੀ ਆਪਾਂ ਵੇਖਦੇ ਹਾਂ ਕਈ ਜਿਹੜੇ ਮਾਇਆਧਾਰੀ ਲੋਕ ਹੁੰਦੇ ਹਨ, ਜਦੋਂ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪੈ ਜਾਂਦਾ, ਮਾਇਆ ਤਾਂ ਫਿਰ ਵੀ ਬਥੇਰੀ ਹੁੰਦੀ ਹੈ, ਉਹ ਦਰਦ ਜਿਹੜਾ ਬਰਦਾਸ਼ਤ ਨਹੀਂ ਕਰ ਸਕਦੇ, ਉਸੇ ਵੇਲੇ ਮਰ ਜਾਂਦੇ। ਕਈ ਵਾਰੀ ਚੋਰੀ ਹੋ ਜਾਵੇ ਜਾਂ ਕਈ ਵਾਰੀ ਮਾਇਆ ਉਹਨਾਂ ਦਾ ਕੋਈ ਲੁੱਟ ਕੇ ਲੈ ਕੇ ਜਾਵੇ, ਤਾਂ ਵੀ ਜਿਹੜੇ ਹਨ ਉਹ ਆਪਣਾ ਧੀਰਜ ਜਿਹੜਾ ਛੱਡ ਦਿਆ ਕਰਦੇ। ਪਹੁੰਚਨ ਹਿਤ ਨਿਜ ਗ੍ਰਾਮ ਸਿੱਧ। ਫਿਰ ਬਾਬਾ ਰਾਮ ਕੁੰਵਰ ਜੀ ਉਹੀ ਘੋੜੀ ਦੇ ਉੱਤੇ ਚੜ ਕਰਕੇ ਆਪਣੇ ਨਗਰ ਰਮਦਾਸ ਨੂੰ ਪਹੁੰਚਣਾ ਚਾਹੁੰਦੇ। ਸਦੀ ਸਨੇ ਮਾਰਗ ਚੱਲ ਪਰੇ। ਬਹੁਤ ਪ੍ਰੇਮ ਦੇ ਨਾਲ ਹੌਲੀ ਹੌਲੀ ਚੱਲ ਰਹੇ ਹਨ ਰਾਸਤੇ ਦੇ ਉੱਤੇ। ਸਕਲ ਵਸਤੂ ਲੈ ਸੇਵਕ ਤੁਰੇ। ਤੇ ਜਿਹੜੇ ਸੇਵਕ ਜਿਹੜੇ ਸਨ ਬਾਬਾ ਜੀ ਦੇ, ਤੇ ਨਾਲ ਤੁਰਕਾਂ ਨੇ ਕੀ ਕਰਨਾ ਕੀਤਾ, ਆਪਣੀਆਂ ਫੌਜਾਂ ਨੂੰ ਨਾਲ ਭੇਜਿਆ
ਤੇ ਫਿਰ ਜੋ ਵਸਤੂ ਜਿਹੜੀ ਹੈ ਲੁੱਟ ਕੇ ਲੈ ਕੇ ਗਏ ਸਨ, ਕਿਹਾ ਕਿ ਭਾਈ ਉਹ ਸਾਰੀ ਵਸਤੂ ਜਿਹੜੀ ਹੈ ਰਮਦਾਸ ਦੇ ਵਿੱਚ ਨਗਰ ਦੇ ਵਿੱਚ ਜਾਓ, ਜਿਨ੍ਹਾਂ ਦੀ ਜੋ ਵਸਤੂ ਹੈ ਨਾ ਉਹਨਾਂ ਨੂੰ ਉਹ ਵਸਤੂ ਦੇਣਾ ਕਰੋ। ਕਹਿਓ ਖਾਨ ਨੇ ਰਹੀਐ ਸੰਗ। ਫਿਰ ਖਾਨ ਨੇ ਬਚਨ ਕਰਨਾ ਕੀਤਾ ਆਪਣੇ ਨਾਲ ਦਿਆਂ ਨੂੰ, ਕੁਝ ਬੰਦਿਆਂ ਨੂੰ ਜਿਹਨੂੰ ਭੇਜਿਆ ਸੀ ਨਾ, ਉਹਨਾਂ ਨੂੰ ਕਹਿੰਦਾ ਕਿ ਤੁਸੀਂ ਸਦਾ ਬਾਬਾ ਜੀ ਦੇ ਨਾਲ ਰਹਿਣਾ ਹੈ। ਬੜਵਾ ਤੇਜ ਕੋ ਚਲਨ ਕੁਢੰਗ। ਕਿਉਂਕਿ ਆ ਬੜਵਾ ਜਿਹੜੀ ਆ ਘੋੜੀ ਜਿਹੜੀ ਆ ਬਹੁਤ ਇਹਦਾ ਰਫਤਾਰ ਤੇਜ ਹੈ ਤੇ ਬੜੀ ਅੜਬੰਗ ਜੀ ਹੈ, ਕੁਢੰਗਾ ਚਾਲ ਚੱਲਦੀ ਹੈ। ਇਸ ਕਰਕੇ ਨਾਲਦਿਆਂ ਨੂੰ ਇਹਨੇ ਹਿਦਾਇਤ ਵੀ ਕਰਨੀ ਕੀਤੀ, ਕੋਈ ਗੱਲ ਨਹੀਂ ਹੈ ਭਾਈ ਪਸ਼ੂਆਂ ਦਾ ਕੀ ਭਰੋਸਾ ਹੁੰਦਾ। ਕਈ ਵਾਰੀ ਕੀ ਹੁੰਦਾ ਪਿਆਰਿਓ, ਪਸ਼ੂ ਜਿਹੜੇ ਹਨ ਤੇ ਉਹ ਚੁੱਪ ਰਹਿ ਜਾਂਦੇ, ਸ਼ਾਂਤ ਰਹਿ ਜਾਂਦੇ, ਲੇਕਿਨ ਉਹਨਾਂ ਦਾ ਆਪਾਂ ਇਤਬਾਰ ਥੋੜ੍ਹੀ ਕਰ ਸਕਦੇ ਹਾਂ। ਕਈ ਵਾਰੀ ਆਪਾਂ ਵੇਖਦੇ ਹਾਂ ਗਲੀਆਂ ਦੇ ਵਿੱਚ ਵੀ ਲੰਘਦੇ ਕੁੱਤੇ ਜਿਹੜੇ ਹਨ, ਕਈ ਵਾਰੀ ਬਹੁਤ ਜ਼ਿਆਦਾ ਮਗਰ ਲੱਗ ਜਾਂਦੇ ਹਨ, ਭੌਂਕਦੇ ਹਨ, ਲੇਕਿਨ ਕਈ ਵਾਰੀ ਕੀ ਹੁੰਦਾ ਉਹ ਬੜੇ ਸ਼ਾਂਤ ਬੈਠੇ ਰਹਿੰਦੇ, ਉਹਨਾਂ ਦੇ ਨਾਲ ਦੀ ਤੁਸੀਂ ਨਿਕਲ ਜਾਓ। ਸੱਪ ਵੀ ਜਿਹੜਾ ਕਈ ਵਾਰੀ ਉਹ ਸ਼ਾਂਤ ਬੈਠਿਆ ਹੋਇਆ ਹੁੰਦਾ, ਕੋਈ ਆ ਕਰਕੇ ਭਾਵੇਂ ਉਹਨੂੰ ਮਾਰ ਦਿਓ, ਲੇਕਿਨ ਕਈ ਵਾਰੀ ਕੀ ਹੁੰਦਾ ਇੰਨਾ ਖੂੰਖਾਰ ਹੋ ਜਾਂਦਾ, ਕੋਈ ਲਾਗੇ ਤੋਂ ਵੀ ਕੋਈ ਬੰਦਾ ਜਾਂਦਾ ਉਸੇ ਵੇਲੇ ਉਹਨੂੰ ਡੰਗ ਮਾਰ ਦਿੰਦੇ ਹਨ। ਕਹਿਣ ਦਾ ਮਤਲਬ ਕਿ ਇਹਨੇ ਪਸ਼ੂਆਂ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ, ਕੋਈ ਭਰੋਸਾ ਨਹੀਂ ਹੁੰਦਾ। ਉਹ ਖਾਨ ਜਿਹੜਾ ਉਹਦੇ ਮਨ ਵਿੱਚ ਇਹ ਆ ਰਿਹਾ ਸੀ ਕਿ ਚਲੋ ਕੋਈ ਗੱਲ ਨਹੀਂ ਹੈ, ਲਾਹੌਰ ਦੇ ਵਿੱਚ ਤਾਂ ਬਾਬਾ ਜੀ ਬੈਠ ਗਏ, ਲੇਕਿਨ ਆ ਘੋੜੀ ਬੜੀ ਅੜਬੰਗ ਜੀ ਹੈ ਤੇ ਕੀ ਕਹਿ ਸਕਦੇ ਆ, ਜਦੋਂ ਇਹ ਲਾਹੌਰ ਤੋਂ ਬਾਹਰ ਨਿਕਲ ਜਾਵੇ, ਲੰਬਾ ਪੈਂਡਾ ਹੈ, ਉੱਥੇ ਫਿਰ ਇੱਕਦਮ ਇਹਨੇ ਅੜ ਜਾਣਾ, ਜੇ ਗਿਰਾ ਦੇਣਾ ਤੇ ਫਿਰ ਬਾਬਾ ਜੀ ਨੂੰ ਦਿੱਕਤ ਹੋਵੇਗੀ। ਇਸ ਕਰਕੇ ਨਾਲ ਬੰਦਿਆਂ ਨੂੰ ਇਹਨੇ ਭੇਜਣਾ ਕੀਤਾ ਕਿ ਨਾਲ ਘੋੜੀ ਦੇ ਤੁਸੀਂ ਰਹਿਣਾ ਕਰੋ ਤੇ ਨਾਲ ਵੇਖੀ ਜਾਓ। ਤਿਨ ਪੀਛੇ ਆਪਣੇ ਜਨ ਕੇ। ਉਹਨੇ ਆਪਣੇ ਬੰਦਿਆਂ ਨੂੰ ਨਾਲ ਕਰਨਾ ਕੀਤਾ। ਪਠਬੂ ਕਰੇ ਕਹਿਓ ਸੰਗਤੀ। ਤੇ ਫਿਰ ਉਹਨਾਂ ਨੂੰ ਕਹਿ ਕਰਕੇ ਭੇਜਣਾ ਕੀਤਾ ਨਾਲ ਕਿ ਭਾਈ ਤੁਸੀਂ ਜਾਓ, ਪੂਰਾ ਵੇਖਣਾ, ਜਦੋਂ ਘੋੜੀ ਕੋਈ ਚਲਾਕੀ ਕਰੇ ਉਸੇ ਵੇਲੇ ਉਹਨੂੰ ਫੜ ਲੈਣਾ ਜੇ। ਦੂਰ ਦੂਰ ਤੁਮ ਦੇਖਤ ਜਾਓ। ਤੇ ਨਾਲ ਇਹ ਵੀ ਕਿਹਾ ਕਿ ਤੁਸੀਂ ਦੂਰ ਰਹਿ ਕਰਕੇ ਵੇਖਣਾ ਹੈ। ਗ੍ਰਹਿ ਕੇ ਨਹੀਂ ਖਬਰ ਸਭ ਲਿਆਓ। ਫਿਰ ਸਾਰੀ ਖਬਰ ਜਿਹੜੀ ਹੈ ਇਹਦੇ ਵਿੱਚ ਪਿਆਰਿਓ ਦੋ ਗੱਲਾਂ ਹਨ। ਇੱਕ ਤਾਂ ਕਹਿੰਦਾ ਕਿ ਭਾਈ ਤੇ ਤੁਸੀਂ ਨਿਗਾਹ ਵੀ ਰੱਖਣਾ, ਜੇ ਘੋੜੀ ਜਿਹੜੀ ਹੈ ਥੋੜਾ ਕੋਈ ਤਰਬਕ ਜਾਵੇ ਜਾਂ ਕੋਈ ਮਸਤੀ ਕਰੇ ਤੇ ਉਸੇ ਵੇਲੇ ਉਹਨੂੰ ਕਾਬੂ ਕਰ ਲੈਣਾ, ਨਹੀਂ ਤਾਂ ਦੂਰ ਰਹਿ ਕਰਕੇ ਵੇਖਣਾ। ਮੈਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਕਿ ਇਹ ਉਹੀ ਘੋੜੀ ਹੈ ਜਿਹਦੇ ਉੱਤੇ ਕੋਈ ਬੰਦਾ ਜਿਹੜਾ ਨਹੀਂ ਚੜਦਾ। ਤੇ ਖਾਸ ਕਰਕੇ ਪਿਆਰਿਓ ਘੋੜੇ ਆਦਿਕ ਜਿਹੜੇ ਹੁੰਦੇ ਹਨ, ਕਈ ਘੋੜੇ ਆਪਾਂ ਵੇਖਦੇ ਹਾਂ ਜੋ ਉਹਨਾਂ ਦੀ ਸੇਵਾ ਕਰਦੇ, ਜੋ ਉਹਨਾਂ ਨੂੰ ਦਾਣਾ ਪੱਠਾ ਪਾਉਂਦੇ, ਤੇ ਘੋੜੇ ਕੀ ਕਰਿਆ ਕਰਦੇ, ਭਾਵੇਂ ਕੋਈ ਬੜੇ ਖਤਰਨਾਕ ਕਿਸਮ ਦੇ ਘੋੜੇ ਹੁੰਦੇ, ਫਿਰ ਵੀ ਜੋ ਉਹਨਾਂ ਦੀ ਸੇਵਾ ਕਰਦਾ ਨਾ, ਉਹਨਾਂ ਨੂੰ ਇੰਨੀ ਤਾਂ ਸਮਝ ਹੁੰਦੀ ਹੈ, ਉਹਨਾਂ ਨੂੰ ਉਹ ਮਾਰਦੇ ਨਹੀਂ ਹਨ, ਦੰਦੀ ਬਖਸ਼ਦੀ ਸੀ। ਉਹ ਵੀ ਲਾਗੇ ਲੱਗ ਗਿਆ, ਆ ਗਿਆ ਤੇ ਉਹਨੂੰ ਵੀ ਮਾਰਦੀ ਸੀ। ਇਸ ਕਰਕੇ ਇਹਨੇ ਕਿਹਾ ਤੇ ਇੱਕ ਨਾਲ ਵੇਖੀ ਜਾਣਾ ਤੇ ਕਿ ਕੋਈ ਦਿੱਕਤ ਤਾਂ ਨਾ ਆਵੇ। ਤੇ ਨਾਲ ਮੈਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਕਿ ਆ ਘੋੜੀ ਨੇ ਬਾਬਾ ਜੀ ਨੂੰ ਨਹੀਂ ਗਿਰਾਣਾ। ਹੋ ਸਕਦਾ ਤੁਸੀਂ ਦੂਰ ਰਹਿ ਕਰਕੇ ਵੇਖਣਾ, ਜੇ ਘੋੜੀ ਨੇ ਗਿਰਾ ਦਿੱਤਾ ਜਾਂ ਕੋਈ ਉਹਨੇ ਚਲਾਕੀ ਕੀਤੀ ਤਾਂ ਸਭ ਆ ਕਰਕੇ ਮੈਨੂੰ ਦੱਸਣਾ। ਜਬ ਲਗਾਮ ਬਿਨ ਚੜ ਕਰ ਚਾਲੇ। ਜਦੋਂ ਬਾਬਾ ਰਾਮ ਕੁਵੈਰ ਜੀ ਨੇ ਲਗਾਮ ਜਿਹੜੀ ਹੈ ਫਿਰ ਤੋਂ ਉਹਦੀ ਦੁਬਾਰਾ ਕੱਢ ਕਰਕੇ ਉਹਦੇ ਉੱਤੇ ਚੜ ਕਰਕੇ ਜਦੋਂ ਜਾ ਰਹੇ ਸਨ, ਅਚਰਜ ਮਾਨਿਓ ਖਾਨ ਬਿਸਾਲੇ। ਤੇ ਫਿਰ ਖਾਨ ਨੇ ਪਿਆਰਿਓ ਬੜਾ ਆਸ਼ਚਰਜਤਾ ਨੂੰ ਮੰਨਣਾ ਕੀਤਾ। ਫਿਰ ਆਪ ਕਹਿੰਦਾ ਬਾਬਾ ਜੀ ਇਹਨੂੰ ਲਗਾਮ ਪਾ ਲਿਓ। ਫਿਰ ਵੀ ਉਹਨਾਂ ਨੇ ਲਗਾਮ ਨਹੀਂ ਪਾਉਣੀ ਕੀਤੀ। ਨਮਸਕਾਰ ਕਰ ਘਰ ਕੋ ਗਇਓ। ਫਿਰ ਉਹਨਾਂ ਨੂੰ ਛੱਡ ਕਰਕੇ ਅਗਲਵੰਡੀ ਜਾ ਕਰਕੇ ਉਹਨਾਂ ਨੂੰ ਫਿਰ ਨਮਸਕਾਰ ਕੇ ਵਾਪਸ ਘਰ ਨੂੰ ਆ ਗਿਆ। ਸ਼ਰਧਾ ਦ੍ਰਿੜ ਥਾਨਤ ਸੁਖ ਲਇਓ। ਹੁਣ ਉਹਦੇ ਮਨ ਦੇ ਵਿੱਚ ਦ੍ਰਿੜ ਸ਼ਰਧਾ ਵੱਜ ਗਈ ਹੈ ਜੀ। ਲਵਪੁਰ ਤੇ ਨਿਕਸੇ ਮਗ ਪਰੇ। ਜਦੋਂ ਬਾਬਾ ਰਾਮ ਕੁਵੈਰ ਦੀ ਲਾਹੌਰ ਸ਼ਹਿਰ ਤੋਂ ਜਦੋਂ ਉਹਨਾਂ ਨੇ ਨਿਕਲਣਾ ਕੀਤਾ, ਚਲਹਿ ਤੁਰੰਗਨ ਹੋਏ ਅਨੁਸਰੇ। ਫਿਰ ਆ ਘੋੜੀ ਜਿਹੜੀ ਹੈ ਫਿਰ ਉਹਨਾਂ ਦੇ ਅਨੁਸਾਰੀ ਹੋ ਕਰਕੇ, ਜਿਸ ਤਰ੍ਹਾਂ ਬਾਬਾ ਜੀ ਚਾਹੁੰਦੇ ਹਨ ਉਹਨਾਂ ਦੇ ਅਨੁਸਾਰੀ ਬਣ ਕੇ, ਕੋਈ ਲਗਾਮ ਨਹੀਂ ਪਾਈ ਗਈ ਹੈ, ਕੋਈ ਉਹਨੂੰ ਸੰਕੇਤ ਨਹੀਂ ਕਰਦੇ ਹਨ।
ਜਿਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਆਉਂਦਾ ਉਸ ਤਰ੍ਹਾਂ ਘੋੜੀ ਚਲੀ ਜਾ ਰਹੀ ਹੈ। ਜਥਾ ਚਲਾਵਨ ਮਨ ਮਹਿ ਠਾਨੈ, ਜਿਸ ਤਰ੍ਹਾਂ ਮਨ ਦੇ ਵਿੱਚ ਬਾਬਾ ਜੀ ਸੰਕਲਪ ਲੈਂਦੇ ਕਿ ਭਾਈ ਹੁਣ ਆਪਾਂ ਨੇ ਸੱਜੇ ਮੁੜਨਾ, ਉਸੇ ਵੇਲੇ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹੈ, ਘੋੜੀ ਸੱਜੇ ਨੂੰ ਮਿਲ ਜਾਂਦੀ ਹੈ। ਤੇ ਜਦੋਂ ਲੱਗਦਾ ਕਿ ਚਲੋ ਜੀ ਹੁਣ ਰੁਕਣਾ ਚਾਹੀਦਾ ਤੇ ਉਸੇ ਇੱਥੇ ਮਨ ਵਿੱਚ ਫੁਰਨਾ ਆ ਜਾਂਦਾ, ਉਸੇ ਵੇਲੇ ਘੋੜੀ ਨੂੰ ਵੀ ਪਹੁੰਚ ਜਾਂਦਾ, ਉਸੇ ਵੇਲੇ ਉਹ ਖੜ ਜਾਂਦੀ ਹੈ। ਸੁਖ ਦਾ ਗਮਨਹਿ ਤਥਾ ਮਹਾਨੇ, ਬਹੁਤ ਸੁਖ ਦਾ ਭਾਵ ਕਿ ਸੁਖ ਸੁਖਾਂ ਦੇ ਨਾਲ ਬਾਬਾ ਰਾਮ ਕੁੰਵਰ ਜੀ ਆਪਣੇ ਨਗਰ ਦੇ ਵੱਲ ਨੂੰ ਜਾ ਰਹੇ ਹਨ। ਪਠੇ ਖਾਨ ਜਨ ਦੇਖਨ ਜੀ, ਜਿਹੜੇ ਮਨੁੱਖਾਂ ਨੂੰ ਖਾਨ ਨੇ ਭੇਜਣਾ ਕੀਤਾ ਨਜ਼ਾਰਾ ਵੇਖਣ ਵਾਸਤੇ ਕਿ ਭਾਈ ਸਾਰਾ ਵੇਖ ਕਰਕੇ ਮੈਨੂੰ ਰਿਪੋਰਟ ਕਰਨੀ ਹੈ ਕਿ ਕੀ ਰਾਸਤੇ ਵਿੱਚ ਹੋਇਆ। ਚਿਤ ਪਹਿਚਾਨਤ ਪੇ ਵਿਧ ਤੇ ਉਹਨਾਂ ਨੇ ਵੀ ਫਿਰ ਪਿਆਰਿਓ ਚਿੱਤ ਕਰਕੇ ਪਹਿਚਾਨ ਲੈਣਾ ਕੀਤਾ ਕਿ ਭਾਈ ਇਹ ਪੂਰਨ ਸੰਤ ਹਨ, ਕਾਮਲ ਫਕੀਰ ਹਨ। ਸਭਨ ਦੇਖਤੇ ਤਬਹ ਭਜਾਈ, ਫਿਰ ਬਾਬਾ ਜੀ ਨੇ ਆਪ ਵੇਖ ਲਿਆ ਕਿ ਭਾਈ ਹੁਣ ਇਹਨਾਂ ਦੇ ਮਨ ਦੇ ਵਿੱਚ ਆ ਜਿਹੜਾ ਖਾਨ ਨੇ ਆਪਣੇ ਬੰਦਿਆਂ ਨੂੰ ਭੇਜਣਾ ਕੀਤਾ ਕਿ ਆ ਭਾਈ ਵੇਖੋ ਕਿ ਇਹ ਕੀ ਕਰਦੇ, ਘੋੜੀ ਇਹਨਾਂ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਉਂਦੀ ਹੈ। ਉਹਨਾਂ ਨੂੰ ਪਿਆਰਿਓ ਔਰ ਉਹਨਾਂ ਦੀ ਵਿਸ਼ਵਾਸ ਨੂੰ ਫਿਰ ਔਰ ਦ੍ਰਿੜ ਕਰਨ ਵਾਸਤੇ ਬਾਬਿਆਂ ਨੇ ਕੀ ਕਰਨਾ ਕੀਤਾ, ਐਤਕੀ ਹੁਣ ਘੋੜੀ ਨੂੰ ਸਰਪਟ ਉਹਨਾਂ ਨੇ ਦੌੜਾਉਣਾ ਕੀਤਾ, ਭਜਾਉਣਾ ਕੀਤਾ। ਪੌਨ ਗੌਨ ਕੋ ਕਰ ਪਿਸ਼ਵਾਈ, ਇਸ ਤਰ੍ਹਾਂ ਹੀ ਉਹ ਇੱਕ ਪਾਸੇ ਵੱਲ ਹੋ ਕਰਕੇ ਬੈਠੇ ਹੋਏ ਹਨ। ਘੋੜੀ ਨੇ ਜਦੋਂ ਦੌੜ ਲਾਉਣੀ ਕੀਤੀ, ਇਸ ਤਰ੍ਹਾਂ ਰਫ਼ਤਾਰ ਦੇ ਨਾਲ ਭਜਨਾ ਕੀਤਾ ਘੋੜੀ ਨੇ ਤੇ ਉਹਨੇ ਹਵਾ ਨੂੰ ਵੀ ਪਿੱਛੇ ਛੱਡ ਦਿੱਤਾ। ਜਾਤ ਗਰਦ ਅਵਲੋਕਨ ਕਰੇ, ਬਸ ਇੱਕੋ ਹੀ ਜਿਹੜਾ ਗਰਤ ਗੁਬਾਰ ਜਿਹੜਾ ਹੈ, ਜਦੋਂ ਉਹਦੇ ਟਾਪਾਂ ਦੇ ਨਾਲ ਜੋ ਗਰਤ ਗੁਬਾਰ ਉੱਡ ਰਿਹਾ, ਧੂੜੀ ਘੱਟਾ ਉੱਡ ਰਿਹਾ, ਬਸ ਉਹੀ ਗੁਬਾਰ ਨਜ਼ਰ ਆ ਰਿਹਾ। ਹੁਣ ਘੋੜੀ ਵੀ ਨਜ਼ਰ ਨਹੀਂ ਆਉਂਦੀ ਤੇ ਬਾਬਾ ਜੀ ਵੀ ਨਜ਼ਰ ਨਹੀਂ ਆਉਂਦੇ। ਨਹਿ ਬੜਵਾ ਕੋ ਅੰਗ ਨਿਹਰਹਿ, ਇੰਨੀ ਰਫ਼ਤਾਰ ਦੇ ਨਾਲ ਘੋੜੀ ਨੇ ਦੌੜ ਲਾਉਣੀ ਕੀਤੀ, ਘੋੜੀ ਵੀ ਨਜ਼ਰ ਨਹੀਂ ਆ ਰਹੀ ਹੈ ਤੇ ਬਾਬਾ ਜੀ ਵੀ ਨਜ਼ਰ ਨਹੀਂ ਆ ਰਹੇ ਹਨ। ਅਧਿਕ ਸ਼ੀਘਰਤਾ ਧਰ ਇਮ ਦੌਰੀ, ਬਹੁਤ ਸ਼ੀਘਰਤਾ ਧਾਰਨ ਕਰਕੇ ਘੋੜੀ ਨੇ ਇੰਜ ਦੌੜ ਲਾਉਣੀ ਕੀਤੀ। ਹੀਰ ਹੀਰ ਨਰ ਮਤ ਪਈ ਬੌਰੀ, ਹੇਰ ਹੇਰ ਕੇ ਵੇਖ ਵੇਖ ਕਰਕੇ ਸਾਰਿਆਂ ਦੀ ਭਾਈ ਇਹ ਕੀ ਕਰਾਮਾਤ ਹੈ। ਇਹ ਇਹੋ ਜੀ ਘੋੜੀ ਹੈ ਜਿਹਨੂੰ ਦੋ ਪੈਰ ਪਾ ਕਰਕੇ ਵੀ ਕੋਈ ਨਹੀਂ ਬਹਿੰਦਾ ਤੇ ਦੌੜਾਉਣਾ ਤਾਂ ਇੱਕ ਪਾਸੇ ਰਹਿ ਗਿਆ, ਇਹਦੇ ਉੱਤੇ ਕੋਈ ਸਵਾਰੀ ਵੀ ਨਹੀਂ ਕਰ ਸਕਦਾ। ਉਹੀ ਘੋੜੀ ਦੇ ਉੱਤੇ ਇੱਕ ਬਾਹੇ ਵੱਲ ਹੋ ਕਰਕੇ ਇੱਕ ਪਾਸੇ ਨੂੰ ਪੈਰ ਲਮਕਾ ਕਰਕੇ ਨਾ ਕੋਈ ਲਗਾਮ ਪਾਈ ਗਈ ਹੈ, ਕੁਛ ਵੀ ਨਹੀਂ ਪਾਇਆ ਗਿਆ। ਫਿਰ ਵੀ ਬਾਬਾ ਜੀ ਇਸ ਤਰ੍ਹਾਂ ਘੋੜੀ ਦੇ ਉੱਤੇ ਭੱਜ ਕਰਕੇ ਦੌੜ ਲਾ ਕਰਕੇ ਬਹੁਤ ਅੱਗੇ ਜਾ ਕਰਕੇ ਬਾਬਾ ਰਾਮ ਕੁੰਵਰ ਜੀ ਟਿਕ ਗਏ। ਪੁਨ ਨਰ ਗਨ ਕਹੂ ਸੋ ਦ੍ਰਿਸ਼ਟਾਈ, ਫਿਰ ਬਾਅਦ ਦੇ ਵਿੱਚ ਪਿੱਛੇ ਜੋ ਲੋਕ ਆ ਰਹੇ ਸਨ, ਸੰਗਤਾਂ ਆ ਰਹੀਆਂ, ਉਹਨਾਂ ਨੇ ਵੇਖਿਆ ਕਿ ਉਹ ਦਰਖਤ ਦੇ ਹੇਠ ਬਾਬਾ ਜੀ ਘੋੜੀ ਦੇ ਉੱਤੇ ਬੈਠੇ ਹੋਏ ਹਨ। ਇੱਕ ਦਿਸ਼ ਚਰਨ ਕੀਏ ਅਸਵਾਰੀ, ਫਿਰ ਉਹੀ ਤੱਕਦੇ ਕਿ ਇੱਕ ਪਾਸੇ ਬਾਬਾ ਜੀ ਨੇ ਆਪਣੇ ਚਰਨ ਕਰਕੇ ਬੈਠਣਾ ਕੀਤਾ। ਹੇਰ ਹੇਰ ਸਭ ਬੰਧਨ ਧਾਰੀ, ਸਾਰਿਆਂ ਨੇ ਵੇਖ ਵੇਖ ਕਰਕੇ ਬੰਦਨਾ ਕਰਨੀ ਕੀਤੀ ਹੈ ਤੇ ਉਹਨਾਂ ਦੇ ਅੱਗੇ ਨਤਮਸਤਕ ਹੋਏ। ਸਹਿਜ ਸੁਭਾਇਕ ਮਾਰਗ ਸਾਰੇ, ਇਸ ਤਰ੍ਹਾਂ ਪਿਆਰਿਓ ਸਹਿਜ ਸੁਭਾਏ ਹੀ ਸਾਰਾ ਮਾਰਗ ਜਿਹੜਾ ਲਾਹੌਰ ਤੋਂ ਰਮਦਾਸ ਤੱਕ ਦਾ ਉਲੰਘ ਪਹੁੰਚ ਨਿਜ ਗ੍ਰਾਮ ਮਝਾਰੇ, ਤੇ ਫਿਰ ਉਹਨੂੰ ਉਲੰਘ ਕਰਕੇ ਆਪਣੇ ਨਗਰ ਦੇ ਵਿੱਚ ਰਮਦਾਸ ਦੇ ਵਿੱਚ ਆ ਗਏ। ਉਤਰ ਪਰੇ ਆਪਣੇ ਘਰ ਰਹੇ, ਉਥੋਂ ਫਿਰ ਉਤਰ ਕਰਕੇ ਬਾਬਾ ਜੀ ਆਪਣੇ ਨਿਜ ਘਰ ਦੇ ਵਿੱਚ ਰਮਦਾਸ ਦੇ ਵਿੱਚ ਰਹਿ ਪਏ। ਦੇਸ਼ ਅਨੇਕ ਮਾਨਤ ਜਿਸ ਅਹੇ, ਜਿਨ੍ਹਾਂ ਨੂੰ ਪਿਆਰਿਓ ਕਵੀ ਰਾਜੀ ਕਹਿੰਦੇ ਕਿ ਇੱਕ ਦੇਸ਼ ਦੇ ਨਹੀਂ, ਸਾਰੇ ਨਗਰਾਂ ਦੇ ਲੋਕ, ਦੂਜੇ ਪਰਦੇਸੀ ਲੋਕ ਵੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮੰਨਦੇ ਸਨ। ਇਹੋ ਜੇ ਬਾਬਾ ਰਾਮ ਕੁੰਵਰ ਜੀ ਦੀ ਇਹ ਸਾਖੀ ਦੱਸਣੀ ਕੀਤੀ, ਉਚਾਰਨ ਕਰਨਾ ਕੀਤਾ। ਇਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ ਸ੍ਰੀ ਰਾਮ ਕੁੰਵਰ ਪ੍ਰਸੰਗ ਵਰਣਨੰ ਨਾਮ ਚਤੁਰਤੋ ਅੰਸੂ। ਇੱਥੇ ਪਿਆਰਿਓ ਇਹ ਚੌਥਾ ਅਧਿਆਏ ਜਿਹੜਾ ਹੈ ਇਹਦੀ ਸਮਾਪਤੀ ਹੈ, ਜਿਹਦੇ ਵਿੱਚ ਬਾਬਾ ਰਾਮ ਕੁੰਵਰ ਜੀ ਦਾ ਜਸ ਕਰਨਾ ਕੀਤਾ। ਉਹਨਾਂ ਦੀਆਂ ਇੱਕ ਦੋ ਸਾਖੀਆਂ ਕਵੀ ਰਾਜ ਜੀ ਨੇ ਉਚਾਰਨ ਕਰਕੇ ਦੱਸਣਾ ਕੀਤਾ ਹੈ, ਕਿਉਂਕਿ ਸੰਗਤਾਂ ਨੇ ਪੁੱਛਿਆ ਸੀ ਕਿ ਕਵੀ ਰਾਜ ਜੀ ਆਪ ਜੀ ਦੱਸਣਾ ਕਰੋ ਇਹ ਰਾਮ ਕੁੰਵਰ ਜੀ ਕੌਣ ਹੋਏ ਹਨ।
ਇਹਨਾਂ ਦੇ ਅੰਦਰ ਕੀ ਕਲਾ ਸੀ ਤੇ ਉਹਨਾਂ ਦਾ ਜਸ ਕਰਨਾ ਕੀਤਾ। ਹੁਣ ਅੱਗੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਇਹ ਜੋ ਆਉਣ ਵਾਲਾ ਅਧਿਆਇ ਜਿਹੜਾ ਹੈ ਇਹਦੇ ਵਿੱਚ ਇਹ ਜੋ ਗ੍ਰੰਥ ਲਿਖਿਆ ਗਿਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ, ਇਹਦਾ ਮੁੱਢ ਜਿਹੜਾ ਹੈ ਕਿਸ ਤਰ੍ਹਾਂ ਬੱਜਾ, ਇਹਦਾ ਮੂਲ ਕੀ ਸਰੋਤ ਹੈ, ਕਿਹੜੇ ਗ੍ਰੰਥਾਂ ਦਾ ਹਵਾਲਾ ਲੈ ਕਰਕੇ, ਉਹਨਾਂ ਤੋਂ ਸਾਖੀਆਂ ਲੈ ਕਰਕੇ ਕਵੀ ਰਾਜ ਜੀ ਨੇ ਇਹ ਜਿਹੜਾ ਗ੍ਰੰਥ ਲਿਖਣਾ ਕੀਤਾ, ਉਹਦਾ ਕਵੀ ਰਾਜ ਜੀ ਹੁਣ ਵਰਣਨ ਕਰਨ ਵਾਲੇ ਹਨ। ਤੇ ਦਾਸ ਨੇ ਪਿਆਰਿਓ ਪਹਿਲਾਂ ਵੀ ਆਪ ਜੀਆਂ ਨੂੰ ਬੇਨਤੀ ਕੀਤੀ ਸੀ, ਕਈ ਜਿਹੜੇ ਗ੍ਰੰਥ ਜਿਹੜੇ ਹੁੰਦੇ ਹਨ, ਜਦੋਂ ਪਿਆਰਿਓ ਕੋਈ ਰਾਈਟਰ ਕੋਈ ਲੇਖਕ ਜਦੋਂ ਲਿਖਦਾ ਤੇ ਫਿਰ ਕੀ ਹੁੰਦਾ, ਕਿਸੇ ਇਤਿਹਾਸਕ ਚੀਜ਼ ਦਾ ਹਵਾਲਾ ਦੇਣਾ ਹੋਵੇ ਜਾਂ ਕਿਸੇ ਗ੍ਰੰਥ ਦਾ ਕੋਈ ਪੰਕਤੀ ਜਦੋਂ ਲੈਂਦੇ ਆ, ਸ਼ਬਦ ਲੈਂਦੇ ਆ ਤੇ ਉਹਦਾ ਹਵਾਲਾ ਦੇਣਾ ਹੋਵੇ ਤੇ ਨਾਲ ਪਿਆਰਿਓ ਬ੍ਰੈਕਟ ਦੇ ਵਿੱਚ ਜਾਂ ਥੱਲੇ ਉਹਨੂੰ ਕੋਟ ਕਰਕੇ ਲਿਖਿਆ ਜਾਂਦਾ ਕਿ ਭਾਈ ਆ ਸਾਖੀ ਜਿਹੜੀ ਹੈ ਜਾਂ ਆ ਇਤਿਹਾਸਕ ਘਟਨਾ ਅਸਾਂ ਨੇ ਫਲਾਣੇ ਗ੍ਰੰਥ ਦੇ ਵਿੱਚੋਂ ਲੈਣਾ ਕੀਤਾ, ਇਹ ਉਹ ਗ੍ਰੰਥ ਦੇ ਵਿੱਚੋਂ ਪ੍ਰਾਪਤ ਹੋਇਆ ਹੈ। ਕਈ ਵਾਰੀ ਪਿਆਰਿਓ ਜਦੋਂ ਗੁਰਬਾਣੀ ਦੀਆਂ ਵੀ ਕੋਈ ਪੰਕਤੀਆਂ ਆਪਾਂ ਲਿਖਦੇ ਹਾਂ, ਕਈ ਵਾਰੀ ਕਿਤਾਬਾਂ ਦੇ ਆਪ ਜੀ ਜਦੋਂ ਪੜ੍ਹਨਾ ਕਰੋ ਤੇ ਪੜ੍ਹਨ ਤੋਂ ਬਾਅਦ ਨਾਲ ਉਹਦੇ ਤੇ ਵਿਦਵਾਨ ਬ੍ਰੈਕਟ ਦੇ ਵਿੱਚ ਉਹਦਾ ਅੰਗ ਪਾ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਸ਼ਾਰਟ ਫਾਰਮ ਦੇ ਵਿੱਚ ਤੇ ਉਹਨੂੰ ਲਿਖ ਕਰਕੇ ਉਹਦਾ ਅੰਗ ਪਾ ਦਿੱਤਾ ਜਾਂਦਾ ਕਿ ਭਾਈ ਇਹ ਅੰਗ ਦੇ ਉੱਤੇ ਸ਼ਬਦ ਹੈ, ਮਤਾ ਕਿਤੇ ਕਿ ਇਹਨੂੰ ਭੁਲੇਖਾ ਨਾ ਰਹਿ ਜਾਵੇ ਕਿ ਪ੍ਰਮਾਣ ਕਿੱਥੋਂ ਲਿਆ। ਤੇ ਜਦੋਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਪ੍ਰਮਾਣ ਲੈਂਦੇ ਤੇ ਉੱਥੇ ਸੰਖੇਪ ਦੇ ਵਿੱਚ ਲਿਖ ਦਿੰਦੇ ਹਨ, ਦ ਪਾ ਕਰਕੇ ਉਹਨੂੰ ਥੱਲੇ ਬਿੰਦੀ ਤੇ ਗ੍ਰਹ ਕਰਕੇ ਲਿਖ ਦਿੰਦੇ ਕਿ ਭਈ ਇਹ ਦਸਮ ਗ੍ਰੰਥ ਦਾ ਇੰਨੇ ਨੰਬਰ ਦਾ। ਭਾਈ ਗੁਰਦਾਸ ਸਾਹਿਬ ਜੀ ਦਾ ਜਦੋਂ ਹਵਾਲਾ ਲੈਣਾ ਉਹ ਫਿਰ ਨਾਲ ਕੋਟ ਕਰ ਦਿੰਦੇ ਹਨ। ਇਸ ਤਰ੍ਹਾਂ ਹੀ ਕਵੀ ਰਾਜ ਜੀ ਨੇ ਆ ਜੋ ਗ੍ਰੰਥ ਲਿਖਣਾ ਕੀਤਾ ਤੇ ਹਰੇਕ ਦੇ ਮਨ ਵਿੱਚ ਆਵੇਗਾ ਕਿ ਭਾਈ ਕਵੀ ਰਾਜ ਜੀ ਤਾਂ ਉਸ ਵੇਲੇ ਮੌਜੂਦ ਨਹੀਂ ਸਨ, ਇਹ ਸਾਖੀਆਂ ਉਹਨਾਂ ਨੂੰ ਕਿੱਥੋਂ ਪ੍ਰਾਪਤ ਹੋਈਆਂ, ਕਿਹੜੇ ਗ੍ਰੰਥ ਦੇ ਵਿੱਚੋਂ ਇਹਨਾਂ ਨੇ ਇਹ ਸਾਖੀਆਂ ਨੂੰ ਲਿਆ ਹੈ। ਉਸ ਕਰਕੇ ਕਵੀ ਰਾਜ ਜੀ ਨੇ ਇਹ ਸਭ ਜਿਹੜਾ ਦੱਸਣਾ ਕੀਤਾ ਕਿ ਕਿਤੇ ਮਨ ਦੇ ਵਿੱਚ ਭੁਲੇਖਾ ਨਾ ਰਹਿ ਜਾਵੇ ਕਿ ਐਵੇਂ ਜੀ ਮਨ ਘੜਤ। ਉਹ ਕਹਿੰਦੇ ਕਿ ਭਾਈ ਇੱਕ ਇਤਿਹਾਸ ਜਿਹੜਾ ਮਨ ਘੜਤ ਇਤਿਹਾਸ ਹੈ, ਇਹਦਾ ਕੋਈ ਜਿਹੜਾ ਸਾਇੰਟੀਫਿਕ ਪ੍ਰੂਫ ਨਹੀਂ ਹੈ, ਆਪਣੇ ਵੱਲੋਂ ਹੀ ਕਹਾਣੀਆਂ ਬਣਾ ਕਰਕੇ ਇਹਨਾਂ ਨੇ ਲਿਖ ਦੇਣਾ ਕੀਤਾ। ਨਹੀਂ ਪਿਆਰਿਓ, ਉਹਨਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਕਵੀ ਰਾਜ ਜੀ ਹੁਣ ਇਹ ਗ੍ਰੰਥ ਦੇ ਹਵਾਲਿਆਂ ਦਾ ਵਰਣਨ ਕਰ ਰਹੇ ਹਨ। ਦੋਹਰਾ ਰਾਮ ਕੁਵਰ ਇਸ ਭਾਂਤ ਪਾ ਢਿਗ ਦਸਵੇਂ ਪਾਤਸ਼ਾਹ। ਇਹੋ ਜੇ ਬਾਬਾ ਰਾਮ ਕੁਵਰ ਜੀ ਹਨ ਜਿਨ੍ਹਾਂ ਦੀਆਂ ਸਾਖੀਆਂ ਆਪ ਜੀ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਨਾ। ਇਹੋ ਜੇ ਬਾਬਾ ਰਾਮ ਕੁਵਰ ਜੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਿਕਟ ਰਹਿੰਦੇ ਸਨ। ਨਿਕਟ ਰਹਿ ਕਰਕੇ ਉਹਨਾਂ ਨੇ ਬੇਅੰਤ ਸੇਵਾ ਕਰਨੀ ਕੀਤੀ। ਬਹੁਤ ਬਾਰਤਾ ਤਬ ਕਰੀ ਆਗੇ ਸੁਣੀਏ ਤਾਂ। ਕਵੀ ਰਾਜ ਜੀ ਹੁਣ ਸਿੱਖਾਂ ਨੂੰ ਇਹ ਵੀ ਕਹਿੰਦੇ ਨਾਲ ਦਿਆਂ ਨੂੰ ਕਿ ਭਾਈ ਸਿਰਫ ਇਹਨਾਂ ਦਾ ਜੇ ਆਪਾਂ ਇਤਿਹਾਸ ਲਿਖਦੇ ਆ ਉਹਦੇ ਹੀ ਪਿੱਛੇ ਪਿਆਰਿਓ ਇੱਕ ਪੋਥੀ ਜਿਹੜੀ ਆ ਸਾਨੂੰ ਲਿਖਣੀ ਪਵੇਗੀ। ਲੇਕਿਨ ਅੱਗੇ ਜਾ ਕਰਕੇ ਜਦੋਂ ਆਪਾਂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਤਿਹਾਸ ਪੜਾਂਗੇ ਉੱਥੇ ਇਹ ਸਾਰਾ ਵਰਣਨ ਆ ਜਾਵੇਗਾ ਜੋ ਇਹਨਾਂ ਦੀਆਂ ਸਾਖੀਆਂ ਮਹਾਰਾਜ ਜੀ ਦੇ ਨਾਲ ਜੋ ਵਰਤੀਆਂ ਸਨ ਤੇ ਉਹ ਉੱਥੇ ਕਵੀ ਰਾਜ ਜੀ ਨੇ ਬਾਖੂਬੀ ਢੰਗ ਦੇ ਨਾਲ ਵਰਣਨ ਕਰਨਾ ਕੀਤਾ। ਇੱਕ ਵਾਰੀ ਪਿਆਰਿਓ ਇੱਕ ਬਚਨ ਹੁਣੇ ਕਥਾ ਕਰਦਿਆਂ ਚੇਤੇ ਆਇਆ ਤੇ ਬਾਬਾ ਰਾਮ ਕੁਵਰ ਜੀ ਜਿਹੜੇ ਸਨ, ਇੱਕ ਵਾਰੀ ਕੀ ਹੋਇਆ, ਆਪਣੀਆਂ ਸੰਗਤਾਂ ਨੂੰ ਲੈ ਕਰਕੇ ਆਪਣੇ ਨਗਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਗਏ ਤੇ ਉੱਥੇ ਜਦੋਂ ਗਏ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਇਹਨਾਂ ਨੇ ਆਪਣੀਆਂ ਸੰਗਤਾਂ ਨੂੰ ਲੈ ਕੇ ਆਉਣਾ ਕੀਤਾ। ਦੀਵਾਨ ਲੱਗਿਆ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਬੈਠੇ ਹੋਏ ਸਨ ਤੇ ਬਾਬਾ ਰਾਮ ਕੁਵਰ ਜੀ ਨੇ ਆਪਣੀਆਂ ਸੰਗਤਾਂ ਨੂੰ ਬਹੁਤ ਸਮਝਾ ਬੁਝਾ ਕਰਕੇ ਕਿ ਜਦੋਂ ਤੱਕ ਅਸੀਂ ਕੁਝ ਨਹੀਂ ਬੋਲਦੇ ਉਦੋਂ ਤੱਕ ਕੁਝ ਵੀ ਨਹੀਂ ਕਰਨਾ। ਸਤਿਗੁਰੂ ਮਹਾਰਾਜ ਜੀ ਦੇ ਕੋਲ ਆਪਾਂ ਜਾ ਰਹੇ ਹਾਂ, ਸੁਚੇਤ ਰਹਿਣਾ ਹੈ। ਉਹਨਾਂ ਨੂੰ ਸਮਝਾ ਕੇ ਲੈ ਕੇ ਆਉਣਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਬੈਠੇ ਹੋਏ ਸਨ। ਸਤਿਗੁਰੂ ਮਹਾਰਾਜ ਜੀ ਦੇ ਮਨ ਵਿੱਚ ਪਿਆਰਿਓ ਦੇਖੋ ਕਮਾਲ ਦੀਆਂ ਸਤਿਗੁਰੂ ਮਹਾਰਾਜ ਚੋਜਾਂ ਕਰਿਆ ਕਰਦੇ ਸਨ।
ਇੱਕਦਮ ਮਹਾਰਾਜ ਜੀ ਨੇ ਇਹ ਚੋਜ ਕਰਨਾ ਕੀਤਾ ਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਹੈ, ਆਨੰਦ ਸਾਹਿਬ ਜੀ ਦਾ ਪਾਠ ਹੋਇਆ, 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਹੋਇਆ। ਅਰਦਾਸ ਤੋਂ ਉਪਰੰਤ ਫਿਰ ਹਰ ਵਾਰੀ ਕੀ ਹੁੰਦਾ, ਜਦੋਂ ਵੀ ਅਰਦਾਸ ਤੋਂ ਬਾਅਦ ਦੇਗੀਆ ਜਿਹੜਾ ਕੜਾ ਪ੍ਰਸ਼ਾਦ ਵਰਤਾਉਣ ਵਾਲਾ, ਉਹ ਕੀ ਕਰਦਾ ਕਿ ਭਾਈ ਗੱਫਾ ਲੈ ਕਰਕੇ ਸੰਗਤਾਂ ਨੂੰ ਉਹ ਪ੍ਰਸ਼ਾਦ ਵੰਡਦਾ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਚੋਜ ਵਰਤਾ ਦਿੱਤਾ, ਕਿਉਂਕਿ ਇਹ ਵੇਖਣ ਵਾਸਤੇ ਕਿ ਭਾਈ ਇਹ ਸਾਡਾ ਬਚਨ ਮੰਨਦੇ ਕਿ ਨਹੀਂ ਮੰਨਦੇ। ਤੇ ਬਾਬਾ ਜੀ ਨੂੰ ਤੇ ਉਹ ਵੀ ਬੈਠੇ ਹੋਏ ਸਨ ਦੀਵਾਨ ਦੇ ਵਿੱਚ। ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ, ਖਾਲਸਾ ਜੀ ਅੱਜ ਦੇਗ ਜਿਹੜੀ ਹੈ ਨਹੀਂ ਵਰਤਾਈ ਜਾਵੇਗੀ, ਅੱਜ ਦੇਗ ਨੂੰ ਤੁਹਾਨੂੰ ਲੁੱਟਣਾ ਪਵੇਗਾ। ਭਾਵ ਕਿ ਤੁਸੀਂ ਆਪ ਜਾ ਕਰਕੇ ਹੱਥ ਸਾਰੇ ਸੁਚੇਤ ਕਰਕੇ ਆ ਜਾਓ। ਜਿੰਨਾ ਤੁਹਾਨੂੰ ਦੇਗ ਚਾਹੀਦੀ ਹੈ, ਕੜਾ ਪ੍ਰਸ਼ਾਦ ਦੇ ਗੱਫੇ ਤੁਸੀਂ ਆਪ ਲੈ ਕਰਕੇ ਜਾਣਾ। ਇੱਕ ਵਾਰੀ ਗੱਫਾ ਲੈ ਲਿਆ, ਕੜਾਏ ਦੇ ਵਿੱਚੋਂ ਲੈ ਕਰਕੇ ਚੱਲ ਜਾਣਾ। ਅੱਜ ਦੇਗ ਵਰਤਾਈ ਨਹੀਂ ਜਾਵੇਗੀ, ਦੇਗ ਨੂੰ ਲੁੱਟਣਾ ਪੈਣਾ। ਬਸ ਮਹਾਰਾਜ ਜੀ ਨੇ ਬਚਨ ਕੀਤਾ ਤੇ ਨਾਲ ਦੇ ਸਿੰਘ ਜਿਹੜੇ ਹਜੂਰੀਏ ਸਿੰਘ ਉਸੇ ਵੇਲੇ ਉੱਠ ਕਰਕੇ ਭੱਜ ਕਰਕੇ ਕੋਈ ਧੱਕਾ ਦੇ ਰਿਹਾ, ਕੋਈ ਉਹਨੂੰ ਪਿੱਛੇ ਕਰ ਰਿਹਾ। ਦੇਗ ਦੀ ਇਹਨਾਂ ਨੇ ਲੁੱਟ ਮਚਾ ਦਿੱਤੀ। ਲੇਕਿਨ ਬਾਬਾ ਰਾਮ ਕੁਵੇੜ ਜੀ ਤੇ ਉਹਨਾਂ ਦੀਆਂ ਸੰਗਤਾਂ ਜਿਹੜੀਆਂ ਹਨ ਉਹ ਉਸ ਤਰ੍ਹਾਂ ਹੀ ਬੈਠੀਆਂ ਹੋਈਆਂ ਸਨ। ਉਹਨਾਂ ਨੂੰ ਲੱਗਿਆ ਕਿ ਲਓ ਭਾਈ, ਇਹਨਾਂ ਨੂੰ ਸਿੱਖਾਂ ਨੂੰ ਵੀ ਕੋਈ ਨਹੀਂ ਪਤਾ ਕਿ ਦੇਗ ਕਿਸ ਤਰ੍ਹਾਂ ਲੈਣੀ ਹੈ, ਇਹ ਤਾਂ ਪੂਰਾ ਲੁੱਟ ਮਾਰ ਦੇ ਉੱਤੇ ਉਤਰ ਕੇ ਆਏ, ਕਿਸ ਤਰ੍ਹਾਂ ਲੱਗਦਾ ਹੈ, ਇਹਨਾਂ ਨੂੰ ਤਾਂ ਕੋਈ ਪਤਾ ਨਹੀਂ ਹੈ, ਇਹ ਤਾਂ ਅਸੱਭਿਆਚਾਰ ਹੋ ਗਿਆ, ਕੋਈ ਸੱਭਿਅਤਾ ਹੀ ਨਹੀਂ ਹੈ ਇਹਨਾਂ ਦੇ ਵਿੱਚ। ਇਹ ਉਹਨਾਂ ਦਾ ਵਿਚਾਰ ਚੱਲ ਰਿਹਾ ਸੀ ਤੇ ਆਪਣੇ ਆਪ ਨੂੰ ਸਮਝਦੇ, ਦੇਖੋ ਆਪਾਂ ਕਿੰਨੇ ਵਧੀਆ ਹਾਂ, ਆਪਾਂ ਸ਼ਾਂਤੀ ਦੇ ਨਾਲ ਬੈਠੇ ਹੋਏ ਹਾਂ। ਤੇ ਸਿੰਘਾਂ ਨੇ ਜਦੋਂ ਲੁੱਟ ਲਿਆ ਤੇ ਬਾਅਦ ਵਿੱਚ ਮਹਾਰਾਜ ਜੀ ਨੇ ਕਿਹਾ ਬਾਬਾ ਰਾਮ ਕੁਵੇੜ ਜੀ ਨੂੰ ਕਿ ਤੁਸੀਂ ਵੀ ਆਪਣੀਆਂ ਸੰਗਤਾਂ ਨੂੰ ਦੱਸੋ ਕਿ ਤੁਸੀਂ ਵੀ ਆ ਕਰਕੇ ਦੇਗ ਨੂੰ ਲੁੱਟ ਕੀ ਚੱਲ ਰਿਹਾ। ਵੇਖ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਤੁਹਾਨੂੰ ਕੀ ਲੱਗ ਰਿਹਾ ਹੈ। ਉਹਨਾਂ ਦੇ ਮਨ ਵਿੱਚ ਇਹ ਆ ਰਿਹਾ ਸੀ ਕਿ ਲਓ ਜੀ ਇੱਥੇ ਤਾਂ ਕਲਯੁਗ ਵਰਤ ਗਿਆ ਤੇ ਕਲਯੁਗ ਆ ਗਿਆ ਕਰਕੇ, ਇਸ ਕਰਕੇ ਤੁਸੀਂ ਰੁਕੇ ਹੋ ਨਾ। ਕੋਈ ਗੱਲ ਨਹੀਂ ਹੈ, ਕਲਯੁਗ ਨੂੰ ਕੋਈ ਨਹੀਂ ਰੋਕ ਸਕਦਾ, ਇੱਥੇ ਤਾਂ ਆ ਗਿਆ ਤੇ ਚੱਲ ਗਿਆ ਤੇ ਤੁਹਾਡੇ ਕੰਧਾਂ ਨੂੰ ਚੜ ਕਰਕੇ ਉੱਤੋਂ ਟੱਪ ਟੱਪ ਕਰਕੇ ਆਵੇਗਾ। ਭਾਵ ਕਿ ਜਦੋਂ ਅਸਾਂ ਨੇ ਬਚਨ ਕਰਨਾ ਕੀਤਾ ਤੇ ਫਿਰ ਤੁਹਾਡਾ ਇਹ ਨਹੀਂ ਕਾਨ ਕੁਤਾਈ ਨਹੀਂ ਕਰਨੀ ਚਾਹੀਦੀ ਹੈ ਕਿ ਇਹ ਕੀ ਬਚਨ ਕਰ ਦਿੱਤਾ। ਤੁਹਾਡਾ ਤਾਂ ਕੰਮ ਹੈ ਕਿ ਭਾਈ ਜੋ ਮਹਾਰਾਜ ਜੀ ਨੇ ਕਿਹਾ ਉਹਨੂੰ ਸੱਚ ਕਹਿ ਕਰਕੇ ਮੰਨਣਾ, ਲੇਕਿਨ ਤੁਸਾਂ ਨੇ ਸਾਡਾ ਬਚਨ ਨਹੀਂ ਮੰਨਿਆ। ਇਸ ਤਰ੍ਹਾਂ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਹਨ ਗੁਰੂ ਘਰ ਦੇ ਨਾਲ ਰਹਿ ਕਰਕੇ ਜੋ ਇਹਨਾਂ ਨੇ ਘਾਲ ਕਮਾਈ ਕਰਨੀ ਕੀਤੀ ਹੈ। ਤੇ ਸਤਿਗੁਰੂ ਮਹਾਰਾਜ ਜੀ ਦੇ ਅੰਤ ਕਾਲ ਦੇ ਵਿੱਚ ਜਦੋਂ ਮਹਾਰਾਜ ਜੀ ਪੰਜਾਬ ਤੋਂ ਇਸ ਪਾਸੇ ਨੂੰ ਆ ਰਹੇ ਸਨ, ਬਾਬਾ ਰਾਮ ਕੁਵੇੜ ਜੀ ਨੇ ਬਚਨ ਕੀਤਾ, ਕਿਹਾ ਸਤਿਗੁਰੂ ਮਹਾਰਾਜ ਮੈਂ ਨਿਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਮੈਂ ਕੀ ਕਰਨਾ ਕਰਾਂ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਸ਼ਾਸਤਰ ਦਿੱਤੇ ਤੇ ਕਿਹਾ ਬਾਬਾ ਜੀ ਇਹ ਸ਼ਾਸਤਰਾਂ ਦੇ ਦਰਸ਼ਨ ਕਰਨਾ ਕਰੋ। ਤੇ ਜਦੋਂ ਤੁਸੀਂ ਅਖੀਰ ਬਿਰਤੀ ਨੂੰ ਕਰੋਗੇ ਸ਼ਾਸਤਰਾਂ ਨੂੰ ਲੈ ਕਰਕੇ, ਉੱਥੇ ਜੰਗਲਾਂ ਦੇ ਵਿੱਚ ਤੁਹਾਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਬੇਅੰਤ ਸਾਖੀਆਂ ਕਰਾਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ। ਉਸ ਵੇਲੇ ਤੁਹਾਨੂੰ ਉਹ ਸਾਖੀਆਂ ਨੂੰ ਦੱਸਣਾ ਹੈ। ਚੌਪਈ ਇਸਕੀ ਕਹੀ ਕਿਤਿਕ ਗੁਰ ਕਥਾ, ਇਹਨਾਂ ਦੀ ਜਿਹੜੀ ਹੈ ਜੋ ਕਥਾ ਜਿਹੜੀ ਹੈ, ਸਰਬ ਸੁਨਾਉ ਮਮ ਮਤ ਜਥਾ, ਮੇਰੀ ਮਨ ਜਿਹੜੀ ਹੈ ਮੇਰੇ ਮਨ ਦੇ ਵਿੱਚ ਇਹੀ ਆ ਰਿਹਾ ਕਿ ਜਥਾ, ਭਾਵ ਕਿ ਇਹ ਜੋ ਜਿਸ ਤਰ੍ਹਾਂ ਕਥਾ ਹੋਏ ਮੈਂ ਤੁਹਾਨੂੰ ਅੱਗੇ ਦੱਸਾਂਗਾ। ਮਨੀ ਸਿੰਘ ਭਏ ਬੁੱਧਵਾਨ, ਫਿਰ ਅੱਗੇ ਦੱਸਦੇ ਹਨ ਕਿ ਭਾਈ ਮਨੀ ਸਿੰਘ ਜੀ ਜੋ ਹਨ ਬਹੁਤ ਜ਼ਿਆਦਾ ਜੋ ਬੁੱਧੀਮਾਨ ਹਨ, ਜਿਨ੍ਹਾਂ ਨੇ ਪਿਆਰਿਓ ਬਹੁਤ ਕਮਾਈ ਕਰਨੀ ਕੀਤੀ, ਜਿਹੜੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੀ ਹੋਏ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੀ ਸਨ। ਬਹੁਤ ਲੰਬਾ ਸਮਾਂ ਇਹ ਜੋ ਪਰਿਵਾਰ ਜਿਹੜਾ ਪਿਆਰਿਓ ਸਭ ਤੋਂ ਮੁਖੀ ਸ਼ਹੀਦਾਂ ਦੇ ਵਿੱਚ, ਸ਼ਹੀਦੀ ਪਰਿਵਾਰ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ। ਬੇਅੰਤ ਪਿਆਰਿਓ ਇਹਨਾਂ ਦੇ ਪਰਿਵਾਰ ਦੇ ਜੀਵ ਜਿਹੜੇ ਹਨ ਉਹ ਗੁਰੂ ਘਰ ਦੇ ਵਾਸਤੇ ਸ਼ਹੀਦ ਹੋ ਗਏ। ਤਕਰੀਬਨ ਪਿਆਰਿਓ 55 ਦੇ ਕਰੀਬ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੁਰਬਾਨੀਆਂ ਦਿੱਤੀਆਂ, ਸ਼ਹੀਦ ਹੋ ਗਏ। ਬਾਬਾ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਿਆਰਿਓ 11 ਲੜਕੇ ਸਨ, ਸਪੁੱਤਰ ਸਨ।
ਤੇ 11 ਦੇ 11 ਲੜਕੇ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ, ਧਰਮ ਦੇ ਵਾਸਤੇ, ਖਾਲਸੇ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਉਹ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਸ਼ਹੀਦ ਹੋ ਗਏ। ਭਾਈ ਬਚਿੱਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਣਕ ਸਿੰਘ ਜੀ, ਭਾਈ ਅਜਬ ਸਿੰਘ, ਅਜਾਇਬ ਸਿੰਘ, ਦਿਲਾਵਰ ਸਿੰਘ ਇਤਿਆਦਿਕ ਜਿਹੜੇ ਹਨ, ਜਿਹੜੇ ਮਹਾਰਾਜ ਜੀ ਦੇ ਸਦਾ ਹਜ਼ੂਰੀ ਦੇ ਵਿੱਚ ਰਹਿ ਕਰਕੇ ਸੇਵਾ ਕਰਿਆ ਕਰਦੇ। ਭਾਈ ਬਚਿੱਤਰ ਸਿੰਘ ਜੀ ਵੀ ਇਹਨਾਂ ਦੇ ਸਪੁੱਤਰ ਸਨ ਤੇ ਭਾਈ ਉਦੈ ਸਿੰਘ ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਲੈ ਕੇ ਆਉਣਾ ਕੀਤਾ, ਉਹ ਵੀ ਇਹਨਾਂ ਦੇ ਸਪੁੱਤਰ ਸਨ। ਤੇ ਜਿਹੜੇ ਭਾਈ ਮਨੀ ਸਿੰਘ ਜੀ, ਭਾਈ ਬੁੱਧਵਾਨ, ਬਹੁਤ ਜ਼ਿਆਦਾ ਬੁੱਧੀਵਾਨ ਸਨ। ਇਹ ਨਹੀਂ ਹੈ ਕਿ ਸਿਰਫ ਜੰਗ ਦੇ ਵਿੱਚ ਇਹਨਾਂ ਨੇ ਜ਼ੋਰ ਦਿਖਾਉਣਾ ਕੀਤਾ, ਬਹੁਤ ਵੱਡੇ ਵਿਦਵਾਨ ਸਨ, ਬਹੁਤ ਵੱਡੇ ਆਲਮ ਫਾਜ਼ਲ ਸਨ। ਤਾਂ ਹੀ ਤਾਂ ਪਿਆਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮੁੜ ਕੇ ਸੰਪਾਦਨਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨ ਸਰੂਪ ਜਦੋਂ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਤਿਆਰ ਕਰਨਾ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਤੇ ਇਹਨਾਂ ਦੀ ਸੇਵਾ ਦੇ ਵਿੱਚ ਭਾਈ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ ਗਈ ਕਿ ਇਹਨਾਂ ਦਾ ਜੋ ਵੀ ਪ੍ਰਬੰਧ ਜਿਹੜਾ ਲਿਖਣ ਦਾ, ਕਲਮ ਹੋ ਗਿਆ, ਸਿਆਹੀ ਹੋਈ ਹੈ ਤੇ ਨਾਲ ਕਾਗਜ਼ ਦਾ ਪ੍ਰਬੰਧ ਤੁਸਾਂ ਨੇ ਕਰਨਾ। ਬਹੁਤ ਵੱਡੇ ਵਿਦਵਾਨ ਹੋਏ ਤੇ ਇਹਨਾਂ ਨੇ ਪਿਆਰਿਓ ਸਾਰੇ ਗੁਰੂ ਸਾਹਿਬਾਨਾਂ ਦੀ ਜੋ ਕਥਾ ਜੋ ਹੈ ਉਹ ਕਥਾ ਨੂੰ ਵੀ ਇਹਨਾਂ ਨੇ ਲਿਖਣਾ ਕੀਤਾ। ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪ੍ਰਿਅੰਤ ਤੱਕ ਮਹਾਰਾਜ ਜੀ ਦੀ ਜਨਮ ਸਾਖੀ ਲਿਖਣੀ ਕੀਤੀ ਹੈ ਤੇ ਉਹ ਜਨਮ ਸਾਖੀ ਦਾ ਨਾਮ ਹੈ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ। ਲੇਕਿਨ ਉਹ ਪਿਆਰੇ ਕਵਿਤਾ ਦੇ ਵਿੱਚ ਨਹੀਂ ਹੈ, ਵਾਰਤਕ ਦੇ ਵਿੱਚ ਹੈ ਤੇ ਛੋਟੀਆਂ ਛੋਟੀਆਂ ਸਾਖੀਆਂ ਹਨ। ਤਿਨਹੁ ਬ੍ਰਿਤਾਂਤ ਜੋ ਕੀਨ ਬਖਾ, ਉਹਨਾਂ ਨੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਜੋ ਬ੍ਰਿਤਾਂਤ ਜਿਹੜਾ ਗੁਰੂ ਇਤਿਹਾਸ ਜੋ ਉਹਨਾਂ ਨੇ ਲਿਖਣਾ ਕੀਤਾ। ਇਸ ਸ਼ੁਭ ਗ੍ਰੰਥ ਵਿਖੇ ਮੈਂ ਕਹਾਂ, ਇਹ ਸ਼ੁਭ ਗ੍ਰੰਥ ਦੇ ਵਿੱਚ ਇਹਨਾਂ ਨੇ ਭਾਈ ਕਵੀ ਰਾਜ, ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਮਨੀ ਸਿੰਘ ਜੀ ਦਾ ਵੀ ਮੈਨੇ ਹਵਾਲਾ ਲਿਆ। ਉਹਨਾਂ ਦੀ ਜੋ ਜਨਮ ਸਾਖੀ ਦੇ ਵਿੱਚ ਜੋ ਸਾਖੀ ਆਈ ਉਹਨੂੰ ਵੀ ਮੈਨੇ ਲੈ ਕਰਕੇ ਇੱਥੇ ਵਰਣਨ ਕਰਨਾ ਕੀਤਾ ਹੈ। ਸ਼੍ਰੀ ਗੁਰ ਸੁਜਸ ਜਹਾਂ ਤੇ ਲਹਾਂ, ਜਿਨ੍ਹਾਂ ਤੋਂ ਮੈਨੇ ਉਸ ਗ੍ਰੰਥ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦਾ ਮੈਨੇ ਸੁਜਸ ਪ੍ਰਾਪਤ ਕਰਨਾ ਕੀਤਾ। ਇੱਕ ਤਾਂ ਭਾਈ ਰਾਮ ਕੁਵਰ ਸਾਹਿਬ ਜੀ ਨੇ ਜੋ ਮਹਾਰਾਜ ਜੀ ਦਾ ਇਤਿਹਾਸ ਦਾ ਗ੍ਰੰਥ ਲਿਖਣਾ ਕੀਤਾ ਤੇ ਇਹ ਗ੍ਰੰਥ ਦੇ ਵਿੱਚ ਕੁਝ ਸਾਖੀਆਂ ਮੈਨੇ ਉੱਥੋਂ ਪ੍ਰਾਪਤ ਕੀਤੀਆਂ ਤੇ ਕੁਝ ਸਾਖੀਆਂ ਜਿਹੜੀਆਂ ਹਨ ਭਾਈ ਮਨੀ ਸਿੰਘ ਸਾਹਿਬ ਜੀ ਵਾਲੇ ਗ੍ਰੰਥ ਦੇ ਵਿੱਚੋਂ ਜਨਮ ਸਾਖੀ ਤੋਂ ਮੈਨੇ ਪ੍ਰਾਪਤ ਕਰਨਾ ਕੀਤਾ। ਕਹਿਤੇ ਕਰੂੰ ਬਟੋਰਨ ਸਾਰੇ, ਮੈਨੇ ਉਥੋਂ ਫਿਰ ਇਹਨੂੰ ਬਟੋਰਨਾ ਹੈ, ਉਹਦੀ ਖੋਜ ਕਰਨੀ ਹੈ। ਔਰ ਵੀ ਪਿਆਰਿਓ ਪਰਚੀਆਂ 10 ਗੁਰਾਂ ਦੀਆਂ ਭੱਠ ਵਈਆਂ ਜਿਹੜੀਆਂ ਹਨ ਇਹ ਇਤਿਹਾਸਕ ਗ੍ਰੰਥ ਸਨ ਤੇ ਕਈ ਭੱਟਾਂ ਨੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਜਿਹੜਾ ਹੈ ਬਹੁਤ ਸੰਖਿਪਤ ਤੌਰ ਤੇ ਲਿਖਣਾ ਕੀਤਾ। ਅੱਜ ਵੀ ਪਿਆਰਿਓ ਪੁਰਾਤਨ ਗ੍ਰੰਥ ਜਿਹੜੇ ਹਨ ਕਈ ਸਾਨੂੰ ਪ੍ਰਾਪਤ ਹੋ ਜਾਂਦੇ ਹਨ ਤੇ ਕਵੀ ਰਾਜ ਜੀ ਕਹਿੰਦੇ ਮੈਂ ਉਥੋਂ ਜਿਹੜੇ ਵੀ ਪੁਰਾਤਨ ਗ੍ਰੰਥ ਜਿਹੜੇ ਹਨ ਇਤਿਹਾਸ ਦੇ ਉਥੋਂ ਮੈਨੇ ਫਿਰ ਸਾਖੀਆਂ ਨੂੰ ਲੈਣਾ ਹੈ। ਕਿਤਿਕ ਸੁਣੀ ਸਿੱਖਨ ਮੁਖ ਦੁਆਰੇ, ਫਿਰ ਕੁਛ ਸਾਖੀਆਂ ਜਿਹੜੀਆਂ ਹਨ ਜੋ ਪਿਆਰਿਓ ਜਿਹਨੂੰ ਆਪਾਂ ਕਹਿੰਦੇ ਨਾ ਜੱਦੀ ਪੁਸ਼ਤੀ ਜੋ ਰਵਾਇਤ ਚਲੀ ਆਉਂਦੀ ਹੈ, ਜੋ ਮਰਿਆਦਾ, ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਕੋਈ ਸਾਖੀ ਜਦੋਂ ਘਟਦੀ ਹੈ, ਕੁਛ ਘਟਨਾ ਜਦੋਂ ਘਟਦੀ ਹੈ ਤਾਂ ਫਿਰ ਕੀ ਹੁੰਦਾ, ਉਹ ਪਰਿਵਾਰ ਦੇ ਮੈਂਬਰ ਉਹ ਅੱਗੇ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਦੱਸ ਦਿੰਦੇ ਸਨ ਕਿ ਭਾਈ ਇੰਜ ਸਤਿਗੁਰੂ ਮਹਾਰਾਜ ਜੀ ਨੇ ਚੋਜ ਕਰਨਾ ਕੀਤਾ, ਉਸ ਵੇਲੇ ਅਸੀਂ ਮੌਜੂਦ ਸਨ। ਇਹ ਪਿਆਰਿਓ ਸੰਪਰਦਾਇ ਪ੍ਰਣਾਲੀ ਇਹਨੂੰ ਬੋਲਦੇ ਆ। ਫਿਰ ਕੀ ਹੁੰਦਾ, ਇੱਕ ਨੇ ਦੂਜੇ ਨੂੰ ਕਿਹਾ, ਫਿਰ ਉਹ ਦੂਜਾ ਜਿਹੜਾ ਅੱਗੇ ਉਹ ਦੱਸਦਾ ਕਿ ਭਾਈ ਮੇਰੇ ਪਿਤਾ ਜੀ ਮੈਨੂੰ ਇੰਜ ਦੱਸਦੇ ਸਨ, ਉਹਨਾਂ ਦੇ ਸਾਹਮਣੇ ਇਹ ਘਟਨਾ ਹੋਈ ਸੀ। ਉਹ ਅੱਗੇ ਦੱਸਦਾ। ਇਸ ਤਰ੍ਹਾਂ ਇਹ ਪ੍ਰਣਾਲੀ ਜਿਹੜੀ ਹੈ ਚਲੀ ਆਉਂਦੀ ਹੈ। ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਤਾਂ ਪਿਆਰਿਓ ਸਾਨੂੰ ਕੋਈ ਟਾਈਮ ਨਹੀਂ ਹੈ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨ ਦਾ। ਪਹਿਲੇ ਜ਼ਮਾਨੇ ਦੇ ਵਿੱਚ ਜਦੋਂ ਜ਼ਿਆਦਾ ਇਹ ਇੰਟਰਟੇਨਮੈਂਟ ਦਾ ਇਹ ਸਾਧਨ ਨਹੀਂ ਹੋਇਆ ਕਰਦਾ ਤੇ ਫਿਰ ਬੱਚੇ ਜਿਹੜੇ ਹਨ ਆਪਣੇ ਬਜ਼ੁਰਗਾਂ ਨੂੰ ਪੁੱਛਿਆ ਕਰਦੇ ਸਨ
ਤੇ ਬਜ਼ੁਰਗ ਵੀ ਬਹੁਤ ਪ੍ਰੇਮ ਦੇ ਨਾਲ ਜੋ ਨਾਨਾ ਨਾਨੀ ਦਾਦਾ ਦਾਦੀ ਆਦਿਕ ਉਹ ਕਥਾ ਸਰਵਣ ਕਰਾਇਆ ਕਰਦੇ। ਆਪਣੀਆਂ ਜੀਵਨ ਹੱਡ ਬੀਤੀਆਂ ਵੀ ਕੁਝ ਗੱਲਾਂ ਉਹ ਦੱਸਿਆ ਕਰਦੇ ਸਨ ਕਿ ਭਾਈ ਇੱਥੇ ਇੰਜ ਹੋਇਆ ਸੀ, ਅਸਾਂ ਨੇ ਉੱਥੇ ਜਾ ਕਰਕੇ ਇਹ ਕਰਨਾ ਕੀਤਾ। ਇਹਨੂੰ ਸੰਪਰਦਾਈ ਪ੍ਰਣਾਲੀ ਆਪਾਂ ਬੋਲਦੇ ਹਾਂ। ਤੇ ਕਵੀ ਰਾਜ ਜੀ ਨੇ, ਕਿਉਂਕਿ ਗ੍ਰੰਥ ਲਿਖਣਾ ਪਿਆਰਿਓ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਤੇ ਬਹੁਤ ਇਤਿਹਾਸਕ ਗ੍ਰੰਥਾਂ ਨੂੰ ਇਕੱਤਰ ਕਰਨਾ ਤੇ ਨਾਲ ਕਵੀ ਰਾਜ ਜੀ ਉਹ ਸਾਰੇ ਪਹਿਲੇ ਇਲਾਕਿਆਂ ਦਾ ਉਹ ਦੌਰਾ ਕਰਕੇ ਆਏ। ਪੁਰਾਤਨ ਇਤਿਹਾਸਕ ਜੋ ਅਸਥਾਨ ਸਨ ਉਹ ਵੇਖ ਕਰਕੇ ਆਏ ਸਨ ਕਿ ਭਾਈ ਇਹ ਇਤਿਹਾਸਕ ਅਸਥਾਨ ਕਿਸ ਤਰ੍ਹਾਂ ਹੈ, ਉੱਥੋਂ ਦੀ ਕੀ ਪੁਰਾਤਨ ਸਾਖੀ ਹੈ। ਤਾਂ ਹੀ ਤਾਂ ਅੱਗੇ ਆਪ ਨੂੰ ਪਤਾ ਲੱਗ ਜਾਵੇਗਾ। ਕਈ ਸਾਖੀਆਂ ਦੇ ਵਿੱਚ ਉਚੇਚੇ ਤੌਰ ਤੇ ਕਵੀ ਰਾਜ ਜੀ ਨੇ ਆਪ ਆਪਣਾ ਹਵਾਲਾ ਦਿੱਤਾ ਕਿ ਅਸਾਂ ਆਪ ਜਾ ਕਰਕੇ ਇਹ ਕੌਤਕ ਜਿਹੜਾ ਉੱਥੇ ਵੇਖਿਆ ਹੈ, ਉਹ ਇਤਿਹਾਸਕ ਅਸਥਾਨ, ਉਹ ਨਿਸ਼ਾਨੀਆਂ, ਉਹ ਦਰਖਤ ਅਸਾਂ ਨੇ ਆਪ ਵੇਖਣਾ ਕੀਤਾ। ਕਵੀ ਰਾਜ ਜੀ ਦੱਸਦੇ ਕਿ ਔਰ ਜਿਹੜੇ ਪੁਰਾਤਨ ਸਿੰਘ, ਜਿਹੜੇ ਬਜ਼ੁਰਗ ਸਿੰਘ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਕਰੀਬਨ ਹੋ ਸਕਦੀਆਂ ਤੇ ਉਹਨਾਂ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪਣੇ ਬੱਚਿਆਂ ਨੂੰ ਤਾਂ ਦੱਸ ਕੇ ਹੀ ਜਾਂਦੇ ਹਨ। ਸੋ ਸਭ ਇਸਮੇ ਲਿਖੂੰ ਬਣਾਈ, ਉਹ ਸਭ ਜਿਹੜਾ ਹੈ ਮੈਨੇ ਇਸ ਗ੍ਰੰਥ ਦੇ ਵਿੱਚ ਬਣਾ ਕਰਕੇ ਲਿਖਣਾ। ਛੰਦ ਬੰਦ ਕਰ ਸੁੰਦਰਤਾਈ, ਨਾਲ ਚੰਗੇ ਸੋਹਣੇ ਛੰਦ ਬੰਦ ਦੇ ਵਿੱਚ, ਛੰਦਬੰਦੀ ਦੇ ਵਿੱਚ ਇਹਨੂੰ ਮੈਨੇ ਅਲੰਕ੍ਰਿਤ ਕਰਨਾ ਹੈ। ਕਿਤ ਕਿਤ ਅਪਰਥਾਨ ਗੁਰ ਕਥਾ, ਤੇ ਔਰ ਕੁਝ ਕਥਾਵਾਂ ਜਿਹੜੀਆਂ ਹਨ, ਕੁਝ ਗ੍ਰੰਥ ਜਿਹੜੇ ਹਨ, ਕੋਈ ਕਿੱਥੇ ਗ੍ਰੰਥ ਪਿਆ ਹੋਇਆ, ਕੋਈ ਕਿੱਥੇ ਪਿਆ ਹੋਇਆ। ਸੋ ਮੈਂ ਰਚੂੰ ਦੇਖ ਹਾਂ ਜਥਾ, ਫਿਰ ਮੈਂ ਉਹਨਾਂ ਨੂੰ ਲੈ ਕਰਕੇ ਉਹਨਾਂ ਤੋਂ ਉਹ ਗ੍ਰੰਥ ਪ੍ਰਾਪਤ ਕਰਕੇ ਫਿਰ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਮੈਨੇ ਉਹ ਕਥਾ ਵੀ ਜਿਹੜੀ ਹੈ ਲਿਖਣਾ ਹੈ। ਅੱਜ ਪਿਆਰਿਓ ਵੇਖਦੇ ਹਾਂ ਆਪਾਂ, ਇੰਟਰਨੈਟ ਦਾ ਜ਼ਮਾਨਾ ਆ ਗਿਆ। ਸਾਰੇ ਗ੍ਰੰਥ ਜਿਹੜੇ ਹਨ ਉਹ ਕੀ ਕਰਦੇ ਹਨ ਲੇਖਕਾਂ ਨੇ, ਇੰਟਰਨੈਟ ਦੇ ਉੱਤੇ ਸਾਰੇ ਗ੍ਰੰਥਾਂ ਨੂੰ ਅਪਲੋਡ ਕਰ ਦਿੱਤਾ। ਹੁਣ ਕੋਈ ਦਿੱਕਤ ਨਹੀਂ ਹੈ, ਤੁਹਾਡੇ ਕੋਲ ਇੰਟਰਨੈਟ ਹੈ ਤੇ ਤੁਸੀਂ ਉਹ ਚੀਜ਼ ਦਾ ਸਰਚ ਕਰ ਲਓ, ਤੁਹਾਨੂੰ ਪਤਾ ਲੱਗ ਜਾਵੇਗਾ ਇਹ ਗ੍ਰੰਥ ਕੀ ਹੈ। ਉਹਨੂੰ ਤੁਸੀਂ ਫਿਰ ਡਾਊਨਲੋਡ ਕਰਕੇ ਆਪਣੇ ਕੋਲ ਉਹਨੂੰ ਰੱਖ ਸਕਦੇ ਹੋ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਇਹੋ ਜਿਹੇ ਸਾਧਨ ਨਹੀਂ ਹੋਇਆ ਕਰਦੇ। ਉਸ ਵੇਲੇ ਤਾਂ ਪ੍ਰਿੰਟਿੰਗ ਪ੍ਰੈਸ ਵੀ ਨਹੀਂ ਹੁੰਦਾ ਸੀ ਤੇ ਫਿਰ ਕੀ ਕਰਨਾ ਪੈਂਦਾ, ਜਦੋਂ ਪਤਾ ਲੱਗਦਾ ਕਿ ਭਾਈ ਫਲਾਣੇ ਦੇ ਕੋਲ ਕੋਈ ਪੁਰਾਤਨ ਗ੍ਰੰਥ ਹੈ ਇਤਿਹਾਸ ਦਾ, ਉਹਦੇ ਕੋਲ ਜਾ ਕਰਕੇ ਬੜੇ ਤਰਲੇ ਕੱਢਣੇ ਪੈਂਦੇ ਸਨ। ਉਹਨੂੰ ਕਹਿ ਕੇ ਮਾਇਆ ਦੇ ਕਰਕੇ ਜਾਂ ਉਹ ਗ੍ਰੰਥ ਦਾ ਤੁਰੰਤ ਦੂਜੇ ਲਿਖਾਰੀ ਨੂੰ ਲਾ ਕਰਕੇ ਉਤਾਰਾ ਕਰਕੇ ਫਿਰ ਉਹ ਗ੍ਰੰਥ ਲੈਣਾ ਪੈਂਦਾ। ਬਹੁਤ ਪਿਆਰਿਓ ਇਹ ਜਿਹੜਾ ਕੋਈ ਸੌਖਾ ਕੰਮ ਨਹੀਂ ਹੈ। ਅਜੋਕੇ ਜ਼ਮਾਨੇ ਦੇ ਵਿੱਚ ਤਾਂ ਚਲੋ ਸੌਖਾ ਹੋ ਗਿਆ, ਲੇਕਿਨ ਉਹਨਾਂ ਜ਼ਮਾਨੇ ਦੇ ਵਿੱਚ ਬੜਾ ਔਖਾ ਕੰਮ ਸੀ ਜੋ ਕਵੀ ਰਾਜ ਜੀ ਕਰਨ ਵਾਸਤੇ ਜਾ ਰਹੇ ਹਨ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸ ਰੋਹ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ।
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ